Hallelujah. Come on, give the Lord a shout of praise this morning. Oh, Father God, you are awesome. You are wonderful, Lord Jesus. And Lord God, we pray that you will awaken us this morning. Awaken us from our slumber, oh God, that we will not get familiar with you, but Father God, that we will seek you and that we will want to go deeper with you, Jesus. Hallelujah. There is a sound I love to hear. It's the sound of the Savior's robe as he walks into the room, as people pray. Where we hear praises, he hears faith. There is a sound I love to hear. It's the sound of the Savior's robe as he walks into the room where people pray. Where we hear worship, he hears faith. Oh, wake my soul. Yes. So awake my soul and sing. Sing his praise out loud. Sing his praise out loud. Awake my soul and sing. Sing his praise out loud. Sing his praise out loud. Ooh, we worship you, Lord. We worship you, Lord. Oh, there is a sound that changes things, the sound of his people on their knees. Oh, wake up, you slumbering. It's time to worship him. So awake my soul and sing. Sing his praise out loud. Sing his praise out loud. Oh, begin to shake. All hail the Lord, all hail the King. Oh, hey, oh, just worship him this morning. Lift your voice and sing. Lift your voice, cry out to him. Oh, yes. Hey, we fall on our knees and worship you, Lord.
sing His praise aloud. Oh, come on and lift your voice this morning. Lift your voice and sing to Him. You are beautiful, Lord. How we worship You. We worship You. Oh, awake my soul. Awake my soul. Yes. ਵਾਓ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਬਹੁਤ ਐਕਸਾਈਟਿਡ ਹਾਂ ਕਿ ਅਸੀਂ ਸਾਰੇ ਜਣੇ ਇਕੱਠੇ ਹਾਂ। 3 ਮਹੀਨਿਆਂ ਬਾਅਦ ਅਸੀਂ ਸਾਰੇ ਜਣੇ ਇਕੱਠੇ ਹੋਏ ਹਾਂ ਕੁਆਰੰਟਾਈਨ ਤੋਂ ਬਾਅਦ। ਔਰ ਕਿੰਨਾ ਐਕਸਾਈਟਿਡ ਹਾਂ ਤੁਹਾਨੂੰ ਦੇਖ ਕੇ। ਜੇ ਤੁਸੀਂ ਪਹਿਲੀ ਵਾਰੀ ਸਾਨੂੰ ਦੇਖ ਰਹੇ ਹੋ, ਪਹਿਲੀ ਵਾਰੀ ਲੌਗਇਨ ਕਰ ਰਹੇ ਹੋ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਕਮੈਂਟ ਕਰ ਸਕਦੇ ਹੋ YouTube ਦੇ ਉੱਤੇ ਸਾਨੂੰ ਦੇਖ ਕੇ ਕਿ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਹੋ। ਅਸੀਂ ਬਹੁਤ ਹੀ ਉਤਸ਼ਾਹਿਤ ਹਾਂ ਕਿ ਤੁਸੀਂ ਸਾਡੇ ਨਾਲ ਸ਼ਾਮਿਲ ਹੋ। ਔਰ ਇੰਟਰਸਟਿੰਗ ਇਹ ਗੱਲ ਹੈ ਕਿ ਇਸ ਮਹੀਨੇ ਦੇ ਵਿੱਚ ਡਿਕਲੇਅਰ ਕੀਤਾ ਗਿਆ ਸੀਗਾ ਕਿ ਸਾਡੇ ਕੈਲੰਡਰ ਦੇ ਵਿੱਚ ਕਿ ਜੂਨ ਦੇ ਮਹੀਨੇ ਦੇ ਵਿੱਚ ਅਸੀਂ ਸਾਰੇ ਜਣੇ ਇਕੱਠੇ ਹੋਵਾਂਗੇ ਔਰ ਪਰਮੇਸ਼ਰ ਦੀ ਮਹਿਮਾ ਨੂੰ ਦੇਖਾਂਗੇ। ਔਰ ਮੇਰਾ ਵਿਸ਼ਵਾਸ ਹੈ ਕਿ ਇਹੀ ਵਕਤ ਹੈ ਕਿ ਇਸ ਮਹੀਨੇ ਅਸੀਂ ਸਾਰੇ ਜਣੇ ਇਕੱਠੇ ਹੋਏ। ਮੇਰਾ ਵਿਸ਼ਵਾਸ ਹੈ ਕਿ ਅਸੀਂ ਪਰਮੇਸ਼ਰ ਦੀ ਮਹਿਮਾ ਨੂੰ ਜ਼ਰੂਰ ਦੇਖਾਂਗੇ। ਇਸ ਲਈ ਆਓ ਆਪਾਂ ਤਿਆਰ ਹੋਈਏ ਕਿ ਅਸੀਂ ਪਰਮੇਸ਼ਰ ਦੀ ਮਹਿਮਾ ਨੂੰ ਆਪਣੇ ਘਰਾਂ ਵਿੱਚ ਦੇਖਣ ਦੇ ਵਾਸਤੇ, ਆਪਣੇ ਪਰਿਵਾਰਾਂ ਦੇ ਵਿੱਚ ਵਾਸਤੇ, ਆਪਣੇ ਬੱਚਿਆਂ ਦੇ ਵਿੱਚ ਦੇਖਣ ਦੇ ਵਾਸਤੇ। ਆਮੇਨ। ਔਰ ਜਦੋਂ ਕਿ ਹੁਣ ਅਸੀਂ ਇਸ ਮਹਿਮਾ ਦੇ, ਇਸ ਆਰਾਧਨਾ ਦੇ ਐਟਮੋਸਫੇਅਰ ਦੇ ਵਿੱਚ ਹਾਂ, ਆਓ ਆਪਾਂ ਪਰਮੇਸ਼ਰ ਦੀ ਆਰਾਧਨਾ ਕਰੀਏ ਆਪਣੇ 10ਵੇਂ ਹਿੱਸੇ ਦੇ ਨਾਲ। ਜਦੋਂ ਕਿ ਤੁਸੀਂ ਆਪਣੇ 10ਵੇਂ ਹਿੱਸੇ ਨੂੰ ਤਿਆਰ ਕਰ ਰਹੇ, ਮੈਂ ਪਰਮੇਸ਼ਰ ਦੇ ਵਚਨ ਵਿੱਚੋਂ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਮੰਗਦੀ ਹਾਂ। ਇਹ ਸੁਲੇਮਾਨ ਬਾਦਸ਼ਾਹ ਦੇ ਬਾਰੇ ਆ, ਜੋ ਕਿ ਸੁਲੇਮਾਨ ਬਾਦਸ਼ਾਹ ਸੀਗਾ ਬਹੁਤ ਹੀ ਜ਼ਿਆਦਾ ਸਮਝਦਾਰ ਰਾਜਾ ਸੀਗਾ, ਜਿਸਨੇ ਕਿ ਆਪਣੇ ਬਾਪ ਦੇ ਕਦਮਾਂ ਦੇ ਮਗਰ ਚੱਲਿਆ। ਔਰ ਉਸਨੇ ਬਹੁਤ ਜ਼ਿਆਦਾ ਪਰਮੇਸ਼ਵਰ ਦੇ ਘਰ ਦੇ ਵਿੱਚ ਦਿੱਤਾ। ਉਹਨੇ ਬਹੁਤ ਹੀ ਜ਼ਿਆਦਾ ਬਲੀਦਾਨ ਪਰਮੇਸ਼ਵਰ ਦੇ ਦਿੱਤਾ। ਕਲਾਮ ਦੱਸਦਾ ਹੈ ਕਿ ਪਰਮੇਸ਼ਵਰ ਜੋ ਸੁਲੇਮਾਨ ਸੀਗਾ ਉਹ 1000 ਨਾਲੋਂ ਜ਼ਿਆਦਾ ਵੀ ਬਰਨਟ ਆਫਰਿੰਗ ਦਿੰਦਾ ਸੀਗਾ। ਉਹ ਨੋਰਮਲ ਸੀਗਾ ਉਹਦੇ ਵਾਸਤੇ, ਸੋਲੋਮਨ ਦੇ ਵਾਸਤੇ ਉਹਦਾ ਲਾਈਫ ਸਟਾਈਲ ਸੀਗਾ ਦੇਣਾ। ਔਰ ਮੇਰਾ ਵਿਸ਼ਵਾਸ ਹੈ ਕਿ ਸਾਡਾ ਮਸੀਹ ਹੋਣ ਦੇ ਨਾਤੇ ਸਾਡਾ ਇੱਕ ਲਾਈਫ ਸਟਾਈਲ ਹੋਣਾ ਚਾਹੀਦਾ ਹੈ ਦੇਣਾ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਸੁਲੇਮਾਨ ਬਾਦਸ਼ਾਹ ਤੋਂ। ਔਰ ਉਹ ਬਹੁਤ ਹੀ ਸਮਝਦਾਰ ਬਾਦਸ਼ਾਹ ਸੀਗਾ ਔਰ ਉਹ ਜਾਣਦਾ ਸੀਗਾ ਕਿ ਕੀ ਕਰ ਰਿਹਾ ਸੀਗਾ। ਔਰ ਉਹਨੇ ਉਹ ਸਾਰੇ ਸਿਧਾਂਤਾਂ ਨੂੰ ਫੋਲੋ ਕੀਤਾ। ਔਰ ਪਰਮੇਸ਼ਵਰ ਸੋਲੋਮਨ ਦੇ ਸਾਹਮਣੇ ਆਇਆ ਔਰ ਉਸਨੂੰ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ। ਸੋਲੋਮਨ ਨੇ ਕਿਹਾ ਮੈਨੂੰ ਕੀ ਬੁੱਧੀ ਚਾਹੀਦੀ ਆ। ਔਰ ਉਹ ਸੋਲੋਮਨ ਦੇ ਵਾਸਤੇ ਬਹੁਤ ਹੀ ਚੰਗੀ ਸਾਬਿਤ ਹੋਈ। ਔਰ ਉਹਦੇ ਵਾਸਤੇ ਜੋ ਉਹਦੇ ਰਾਜਕਾਈ ਦੇ ਵਾਸਤੇ ਸੀਗੇ। ਤੁਸੀਂ ਦੇਖਦੇ ਹੋ ਕਿ 8ਵੇਂ ਬਾਪ ਦੇ ਵਿੱਚ ਜਦੋਂ ਕਿ ਸੋਲੋਮਨ ਨੇ ਮੰਦਰ ਬਣਾਇਆ, ਉਸਨੇ ਦੁਬਾਰਾ ਇੱਕ ਹੋਰ ਆਫਰਿੰਗ ਦਿੱਤੀ, ਜੋ ਕਿ ਉਸਨੇ 22,000 ਬਲਦ ਔਰ 122,000 ਭੇਡਾਂ ਦਿੱਤੀਆਂ। ਔਰ ਦੁਬਾਰਾ ਪਰਮੇਸ਼ਰ ਉਹਦੇ ਸਾਹਮਣੇ ਜਦੋਂ ਆਇਆ ਔਰ ਪਰਮੇਸ਼ਵਰ ਨੇ ਉਹਨੂੰ ਪੁੱਛਿਆ ਕਿ ਤੇਰੀ ਕੀ ਡਿਜ਼ਾਇਰ ਹੈ, ਤੇਰੀ ਕੀ ਇੱਛਾ ਆ। ਔਰ ਉਸਨੇ ਦੇਖਿਆ ਕਿ ਸੁਲੇਮਾਨ ਦੀ ਜੋ ਇੱਛਾ ਸੀਗੀ ਉਹ ਉਹਦੇ ਰਾਜ ਦੇ ਵਾਸਤੇ ਸੀਗੀ। ਸੁਲੇਮਾਨ ਮੰਗਦਾ ਸੀਗਾ ਕਿ ਪਰਮੇਸ਼ਵਰ ਦਾ ਜੋ ਨਾਮ ਆ ਉਹ ਉਹਦੇ ਮੰਦਿਰ ਦੇ ਵਿੱਚ ਸਥਾਪਿਤ ਕੀਤਾ ਜਾਵੇ, ਜੋ ਕਿ ਹਮੇਸ਼ਾ ਦੇ ਵਾਸਤੇ ਹੋਵੇ। ਔਰ ਇਹ ਮੈਂ ਇਸ ਗੱਲ ਦੇ ਉੱਤੇ ਬਹੁਤ ਹੀ ਧਿਆਨ ਦੇਣਾ ਮੰਗਦੀ ਹਾਂ ਕਿ ਜੇ ਤੁਹਾਡਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਕਿਸੇ ਗੱਲ ਦੇ ਵਿੱਚ ਤੁਹਾਨੂੰ ਬ੍ਰੇਕ ਥਰੂ ਕਰੇ, ਤਾਂ ਫਿਰ ਸਾਨੂੰ ਜ਼ਰੂਰੀ ਹੈ ਕਿ ਅਸੀਂ ਜੋ ਆਪਣਾ ਬੀਜ ਬੋਨੇ ਆ ਅਸੀਂ ਉਹਦੇ ਉੱਤੇ ਆਪਣਾ ਪਰਮੇਸ਼ਵਰ ਤੋਂ ਮੰਗੀਏ ਕਿ ਪ੍ਰਭੂ, ਜਿਸ ਤਰ੍ਹਾਂ ਕਿ ਸੋਲੋਮਨ ਨੇ ਮੰਗਿਆ ਸੀ, ਪ੍ਰਭੂ ਕਿ ਮੈਂ ਮੰਗਦਾ ਕਿ ਤੇਰਾ ਨਾਮ ਮੰਦਿਰ ਉੱਤੇ ਸਥਾਪਿਤ ਹੋਵੇ। ਉਸੇ ਤਰ੍ਹਾਂ ਮੇਰਾ ਵਿਸ਼ਵਾਸ ਹੈ ਕਿ ਜਦੋਂ ਅਸੀਂ ਬੀਜ ਬੋਨੇ ਆ ਅਸੀਂ ਪਰਮੇਸ਼ਰ ਤੋਂ ਸਪੈਸੀਫਿਕਲੀ ਮੰਗੀਏ ਕਿ ਸਾਨੂੰ ਕੀ ਚਾਹੀਦਾ। ਕੁਛ ਲੋਕ ਮੰਗਦੇ ਕਿ ਸਾਨੂੰ ਫਾਈਨੈਂਸ਼ੀਅਲ ਬ੍ਰੇਕ ਥਰੂ ਚਾਹੀਦਾ, ਕੁਛ ਲੋਕ ਮੰਗਦੇ ਆ ਕਿ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਚਾਹੀਦੀ ਆ, ਕੁਛ ਲੋਕ ਮੰਗ ਰਹੇ ਕਿ ਸਾਨੂੰ ਪਰਮੇਸ਼ਰ ਦੀ ਅਕਲ ਔਰ ਬੁੱਧ ਚਾਹੀਦੀ, ਗਿਆਨ ਚਾਹੀਦਾ। ਜੋ ਵੀ ਤੁਹਾਡੀ ਲੋੜ ਆ ਉਸ ਨੂੰ ਉਸ ਬੀਜ ਦਾ ਨਾਮ ਦੇਵੋ ਔਰ ਪਰਮੇਸ਼ਰ ਦੇ ਰਾਜ ਦੇ ਵਿੱਚ ਬੋਵੋ। ਔਰ ਜੇ ਪਰਮੇਸ਼ਰ ਦੇ ਦਿਲ ਨੂੰ ਹਿਲਾ ਸਕੇ, ਜੇ ਅਸੀਂ ਸਿੱਖ ਸਕੇ ਕਿਸ ਤਰ੍ਹਾਂ ਪਰਮੇਸ਼ਰ ਦੇ ਦਿਲ ਨੂੰ ਹਿਲਾਉਣਾ ਆ, ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਇਸ ਤਰ੍ਹਾਂ ਮਹਿਸੂਸ ਕਰਾਂਗੇ ਜਿਸ ਤਰ੍ਹਾਂ ਅਸੀਂ ਕਦੀ ਨਹੀਂ ਕੀਤੀ। ਜਦੋਂ ਕਿ ਅਸੀਂ ਹੁਣ ਆਪਣੇ 10ਵਾਂ ਹਿੱਸੇ ਨੂੰ ਤਿਆਰ ਕਰ ਰਹੇ ਹਾਂ, ਅਸੀਂ ਮੰਗਦੇ ਹਾਂ ਕਿ ਆਪਾਂ ਸਪੈਸੀਫਿਕ ਹੋਈਏ ਔਰ ਉਹਦੇ ਬੀਜ ਦੇ ਉੱਤੇ ਆਪਣਾ ਨਾਮ ਰੱਖੀਏ ਕਿ ਪ੍ਰਭੂ ਕਿ ਤੂੰ ਆ ਔਰ ਇਸ ਜ਼ਰੂਰਤ ਨੂੰ ਪੂਰਾ ਕਰ। ਔਰ ਮੇਰੀ ਪ੍ਰਾਰਥਨਾ ਆ ਕਿ ਤੁਸੀਂ ਜਦੋਂ ਇਹ ਕਰੋਗੇ ਪੂਰੇ ਆਦਰ ਦੇ ਨਾਲ, ਪੂਰੇ ਸਹਿਯੋਗ ਦੇ ਨਾਲ ਕਰੋਗੇ।
ਇੱਦਾਂ ਨਹੀਂ ਆਪਾਂ ਪਾਉਣਾ ਹੈ ਕਿ ਅਸੀਂ ਕੋਈ ਦੇ ਰਹੇ ਦਾਨ ਕਰ ਰਹੇ ਹਾਂ ਜਾਂ ਜਿਸ ਤਰ੍ਹਾਂ ਕਿ ਰੈਸਟੋਰੈਂਟ ਜਾ ਕੇ ਕਿਸੇ ਵੇਟਰ ਨੂੰ ਦਿੰਦੇ ਹਾਂ, ਲੇਕਿਨ ਇਹ ਸਾਡਾ ਇੱਕ ਹਿੱਸਾ ਹੋਣਾ ਚਾਹੀਦਾ ਆ ਕਿ ਸਾਡਾ ਜਿਸ ਤਰ੍ਹਾਂ ਪਰਮੇਸ਼ਵਰ ਜੋ ਕਿ ਸਭ ਤੋਂ ਵੱਡਾ ਦਾਨੀ ਪਰਮੇਸ਼ਵਰ ਆ ਔਰ ਕਿੰਨਾ ਦਿੰਦਾ ਆ ਪਰਮੇਸ਼ਵਰ, ਇਹ ਸਾਡਾ ਵੀ ਇੱਕ ਹਿੱਸਾ ਹੋਣਾ ਚਾਹੀਦਾ ਕਿ ਅਸੀਂ ਇੱਦਾਂ ਦੇ ਬਣੀਏ, ਉਹਦੇ ਵਾਂਗੂ ਬਣੀਏ। ਇਨਫੋਰਮੇਸ਼ਨ ਜਿਹੜੀ ਸਕਰੀਨ ਦੇ ਉੱਤੇ ਆ ਚੁੱਕੇ ਆ, ਜਿਹੜੇ ਚਰਚ ਦੇ ਵਿੱਚ ਆ, ਤੁਸੀਂ ਆਪਣਾ ਅੱਗੇ ਆ ਕੇ ਤੁਸੀਂ ਆਪਣਾ ਹਿੱਸਾ ਦੇ ਸਕਦੇ ਆ ਜਿਹੜੇ ਚਰਚ ਦੇ ਵਿੱਚ ਮੌਜੂਦ ਆ। ਮੈਂ ਤੁਹਾਡੇ ਉੱਤੇ ਬਰਕਤ ਬੋਲਣਾ ਮੰਗਦੀ ਹਾਂ। ਪਿਆਰੇ ਪਿਤਾ ਪਰਮੇਸ਼ਵਰ, ਅਸੀਂ ਬਹੁਤ ਹੀ ਧੰਨਵਾਦੀ ਹਾਂ ਇਸ ਮੌਕੇ ਦੇ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ ਕਿ ਅਸੀਂ ਆਪਣਾ 10ਵਾਂ ਹਿੱਸਾ ਤੇਰੇ ਘਰ ਦੇ ਵਿੱਚ ਲੈ ਕੇ ਆ ਸਕੀਏ। ਪਰਮੇਸ਼ਵਰ ਪਿਤਾ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਦੋਂ ਤੇਰੇ ਲੋਕੀ ਇਸ ਵੇਲੇ ਦੇ ਰਹੇ ਆ ਤੇਰੇ ਘਰ ਦੇ ਵਿੱਚ ਪ੍ਰਭੂ, ਖੁਸ਼ ਦਿਲ ਦੇ ਨਾਲ ਦੇ ਲੈ ਰਹੇ ਆ ਪ੍ਰਭੂ, ਮੇਰੇ ਪ੍ਰਾਰਥਨਾ ਹੈ ਕਿ ਜੋ ਵੀ ਉਹ ਵਿਸ਼ਵਾਸ ਕਰਦੇ ਆ ਪ੍ਰਭੂ, ਪਵਿੱਤਰ ਆਤਮਾ ਕਿ ਤੂੰ ਉਹਨਾਂ ਦੇ ਵਿੱਚ ਆਊਂਗਾ ਔਰ ਪ੍ਰਭੂ ਤੂੰ ਉਹਨਾਂ ਦੇ ਉੱਤੇ ਬਰਕਤ ਪਾਊਂਗਾ, ਉਹਨਾਂ ਦੇ ਫਾਈਨੈਂਸ਼ੀਅਲੀ ਬਰਕਤ ਲੈ ਕੇ ਆਊਂਗਾ ਪ੍ਰਭੂ। ਔਰ ਮੇਰੀ ਪ੍ਰਾਰਥਨਾ ਆ ਕਿ ਪ੍ਰਭੂ ਉਹਨਾਂ ਦਾ ਲਾਈਫ ਸਟਾਈਲ ਬਣ ਜਾਏਗਾ, ਇੱਕ ਦੇਣਾ ਉਹਨਾਂ ਦਾ ਇੱਕ ਲਾਈਫ ਸਟਾਈਲ ਬਣ ਜਾਏਗਾ। ਔਰ ਪ੍ਰਭੂ ਮੇਰੀ ਪ੍ਰਾਰਥਨਾ ਹੈ ਕਿ ਜੋ ਵੀ ਇਸ ਵੇਲੇ ਦੇ ਰਹੇ ਆ ਤੁਹਾਡੇ ਬਰਕਤ ਉਹਨਾਂ ਦੇ ਉੱਤੇ ਆ ਵਜਵੇ, ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗ ਲੈਂਦੇ ਆ, ਆਮੇਨ। ਕਿੰਨੇ ਜਣੇ ਐਕਸਾਈਟਿਡ ਆ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਦੇ ਵਾਸਤੇ? ਔਰ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਔਰ ਆਪਣੇ ਨਬੀ ਨੂੰ ਆਪਣੇ ਵਿਚਕਾਰ ਬੁਲਾਈਏ, ਪ੍ਰੋਫੈਟ ਸ਼ੈਜੂ ਮੈਥਿਊ। ਆਮੇਨ, ਆਮੇਨ, ਆਮੇਨ। ਥੈਂਕ ਯੂ। ਔਰ ਬਹੁਤ ਹੀ ਜੋਏ ਹੁੰਦਾ ਹੈ, ਆਨੰਦ ਹੁੰਦਾ ਆ ਅਸੀਂ ਜਦੋਂ ਕੋਈ ਵੀ ਚੀਜ਼ ਇਕੱਠੀ ਰਲ ਕੇ ਕਰਦੇ ਹਾਂ। ਔਰ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਕਿ ਤੁਸੀਂ ਇੰਨਾ ਸੋਹਣਾ ਵਚਨ ਸਾਡੇ ਵਿਚਕਾਰ ਲੈ ਕੇ ਆਏ। ਇਹ ਬਹੁਤ ਹੀ ਖਾਸ ਹੈ ਕਿ ਤੁਸੀਂ ਕੈਲੰਡਰ ਦੀ ਗੱਲ ਕੀਤੀ। ਜੋ ਕੈਲੰਡਰ ਆ, ਹਰ ਸਾਲ ਅਸੀਂ ਪਰਮੇਸ਼ਵਰ ਤੋਂ ਪੁੱਛਦੇ ਹਾਂ, ਪਰਮੇਸ਼ਵਰ ਸਾਨੂੰ ਹਰ ਮਹੀਨੇ ਦੀ ਇੱਕ ਆਇਤ ਚਾਹੀਦੀ ਆ। ਔਰ ਇੱਕ ਇਸ ਤਰ੍ਹਾਂ ਹੋਇਆ ਕਿ ਜੋ ਇਸ ਮਹੀਨੇ ਦੀ, ਔਰ ਅਸੀਂ ਦੇਖਿਆ ਕਿ ਹਰ ਮਹੀਨੇ ਦੀ ਜੋ ਆਇਤ ਹੈ ਪਰਮੇਸ਼ਵਰ ਨੇ ਦਿੱਤੀ ਆ ਔਰ ਉਹ ਕਿਸ ਤਰ੍ਹਾਂ ਉਹ ਜੀਵਿਤ ਹੋਈ ਆ। ਔਰ ਇਸ ਮਹੀਨੇ ਦੀ ਜੋ ਆਇਤ ਸੀਗੀ ਉਹ ਇਹ ਸੀਗੀ ਕਿ ਪਰਮੇਸ਼ਵਰ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ, ਕਿ ਉਹਦੀ ਮਹਿਮਾ ਜੋ ਹੈ ਉਹ ਦੇਖੀ ਜਾਏਗੀ। ਔਰ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਪਰਮੇਸ਼ਵਰ ਵਫਾਦਾਰੀ ਦੇ ਨਾਲ ਕਿੰਨਾ ਆਪਣੇ ਬੱਚਿਆਂ ਨੂੰ ਇਸ ਸਿੱਖਿਆ ਦੇ ਦੁਆਰਾ ਲੈ ਕੇ ਜਾ ਰਿਹਾ ਆ, ਜੋ ਕਿ ਸਾਨੂੰ ਲੀਡ ਕਰ ਰਿਹਾ ਆ ਕਿ ਅਸੀਂ ਉਹਦੀ ਸਮਝ ਰੱਖ ਸਕੀਏ ਕਿ ਕਿਸ ਤਰ੍ਹਾਂ ਪਰਮੇਸ਼ਵਰ ਦੀ ਮਹਿਮਾ ਕੰਮ ਕਰਦੀ ਹੈ, ਕਿਸ ਤਰ੍ਹਾਂ ਉਹ ਮੰਗਦਾ ਹੈ ਕਿ ਉਹਦੀ ਮਹਿਮਾ ਨੂੰ ਦੇਖਿਆ ਜਾ ਸਕੇ। ਮੈਂ ਦੱਸ ਨਹੀਂ ਸਕਦਾ ਕਿ ਕਿੰਨਾ ਮੈਂ ਉਤਸ਼ਾਹਿਤ ਹਾਂ ਇਸ ਗੱਲ ਦੇ ਵਾਸਤੇ ਕਿ ਇਹ ਜਾਣਨ ਦੇ ਵਿੱਚ ਕਿ ਕਿੰਨਾ ਜ਼ਿਆਦਾ ਪਰਮੇਸ਼ਵਰ ਦੇ ਦਿਲ ਦੇ ਨਾਲ ਅਸੀਂ ਰਲਦੇ ਪਏ ਹਾਂ ਔਰ ਕਿੰਨਾ ਉਹਦਾ ਦਿਲ ਮੰਗਦਾ ਆ ਕਿ ਉਹ ਆਪਣੇ ਆਪ ਨੂੰ ਸਾਨੂੰ ਦਿਖਾਵੇ, ਕਿ ਉਹ ਮੰਗਦਾ ਆ ਕਿ ਉਹ ਸਾਡਾ ਇੰਤਜ਼ਾਰ ਕਰ ਰਿਹਾ ਹੈ ਕਿ ਆਪਣੇ ਬੱਚਿਆਂ ਨੂੰ ਹੱਗ ਕਰੇ। ਸੋ ਇਸ ਲਈ ਚਾਹੇ ਤੁਸੀਂ ਮੌਂਟਰੀਅਲ ਦੇ ਵਿੱਚ ਹੋ, ਚਾਹੇ ਤੁਸੀਂ ਰਿਵਾਈਵ ਨੇਸ਼ਨ ਦੇ ਚਰਚਿਸ ਵਿੱਚ ਹੋ, ਕਿਸੇ ਹੋਰ ਹਿੱਸੇ ਦੇ ਦੇਸ਼ ਦੇ ਵਿੱਚ ਹੋ, ਜਾਂ ਤੁਸੀਂ ਸਿਰਫ ਦੋਸਤ ਹੋ ਇਸ ਮਿਨਿਸਟਰੀ ਦੇ, ਜੇ ਪਰਮੇਸ਼ਵਰ ਤੁਹਾਨੂੰ ਇਸ ਵੀਡੀਓਜ਼ ਦੇ ਵਿੱਚ ਲੈ ਕੇ ਆ ਰਿਹਾ ਆ, ਮੈਂ ਮੰਗਦਾ ਹਾਂ ਕਿ ਤੁਸੀਂ ਜਾਣੋ ਕਿ ਕੋਈ ਐਕਸੀਡੈਂਟ ਨਹੀਂਗਾ, ਕਿ ਪਰਮੇਸ਼ਵਰ ਮੰਗਦਾ ਆ ਕਿ ਉਹ ਆਪਣੇ ਆਪ ਨੂੰ ਤੁਹਾਨੂੰ ਦਿਖਾਵੇ, ਸਾਨੂੰ ਦਿਖਾਵੇ, ਆਪਣੇ ਸਰੀਰ ਨੂੰ ਦਿਖਾਵੇ, ਔਰ ਜਿਸ ਤਰ੍ਹਾਂ ਪਹਿਲਾਂ ਕਦੀ ਨਹੀਂ ਦਿਖਾਇਆ। ਔਰ ਮੈਂ ਦੇਖਿਆ ਹੈ ਖੁਦ ਆਪ ਕਿ ਜੋ ਹਨੇਰੇ ਰਾਤ ਦਾ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ, ਇੰਨਾ ਕਦੀ ਕਾਲਾ ਨਹੀਂ ਹੋਇਆ, ਇੰਨਾ ਸੰਸਾਰ ਦੇ ਵਿੱਚ ਇੰਨਾ ਕਦੀ ਹਨੇਰਾ ਨਹੀਂ ਹੋਇਆ। ਅਸੀਂ ਕਦੀ ਵੀ ਇੱਦਾਂ ਪਹਿਲਾਂ ਨਹੀਂ ਸੀ ਦੇਖਿਆ ਕਿ ਕਿਸ ਤਰ੍ਹਾਂ ਇੱਦਾਂ ਜਿਹੜੀਆਂ ਹਨੇਰੇ ਦੀ ਸ਼ਕਤੀਆਂ ਕਿਸ ਤਰ੍ਹਾਂ ਉਹ ਕੰਮ ਕਰ ਰਹੀਆਂ, ਉਹਨਾਂ ਦੀ ਯੋਜਨਾਵਾਂ ਜੋ ਕੰਮ ਕਰ ਰਹੀਆਂ ਆ, ਔਰ ਬਹੁਤ ਜ਼ਿਆਦਾ ਹਲਚਲ ਲੈ ਕੇ ਆ ਰਹੀਆਂ, ਬਹੁਤ ਹੀ ਜ਼ਿਆਦਾ ਗੰਦਗੀ ਫੈਲ ਰਹੀ ਆ। ਇਹ ਬਹੁਤ ਹੀ ਖਤਰਨਾਕ ਸਮੇਂ ਹੈ ਜਿਹਨਾਂ ਦੇ ਵਿੱਚ ਅਸੀਂ ਜੀ ਰਹੇ ਹਾਂ। ਲੇਕਿਨ ਸੱਚ ਇਹ ਆ ਕਿ ਜਦੋਂ ਜ਼ਿਆਦਾ ਹਨੇਰਾ ਹੁੰਦਾ ਆ, ਉਸ ਵੇਲੇ ਜਿਹੜੀ ਰੋਸ਼ਨੀ ਆ ਸਭ ਤੋਂ ਜ਼ਿਆਦਾ ਚਮਕਦੀ ਆ। ਇਸ ਲਈ ਪਰਮੇਸ਼ਵਰ ਦਾ ਲੋਕ ਮੇਰੇ ਜਾਣਦਾ ਆ ਕਿ ਇਹ ਜੋ ਸਿੱਖਿਆ ਆ ਇਹ ਕੋਈ ਅਚਾਨਕ ਨਹੀਂ ਹੋਈ, ਇਹ ਬਹੁਤ ਹੀ ਪਰਮੇਸ਼ਵਰ ਦੇ ਆਤਮਾ ਦੇ ਵੱਲੋਂ ਹੋ ਰਹੀ ਆ। ਔਰ ਇਸ ਲਈ ਮੇਰੀ ਆਸ਼ਾ ਹੈ ਕਿ ਤੁਸੀਂ ਇਸ ਗੱਲ ਨੂੰ ਇੰਜੋਏ ਕਰ ਰਹੇ ਹੋਵੋਗੇ, ਔਰ ਮੇਰੀ ਇਹ ਵੀ ਆਸ਼ਾ ਹੈ ਕਿ ਤੁਸੀਂ ਅੱਜ ਸਵੇਰੇ ਇਸ ਲਈ ਵਾਸਤੇ ਤਿਆਰ ਹੋਵੋਗੇ
ਔਰ ਅਸੀਂ ਗੱਲ ਕੀਤਾ ਜੋ ਗੱਲ ਕਰਦੇ ਹਾਂ ਜੋ ਕਿ ਪਰਮੇਸ਼ਵਰ ਦੀ ਮਹਿਮਾ ਦੇ ਬਾਰੇ ਜੋ ਕਿ ਪਰਮੇਸ਼ਵਰ ਤੁਹਾਨੂੰ ਨਿਯੋਤਾ ਦਿੰਦਾ ਆ। ਮੈਨੂੰ ਤੁਹਾਡਾ ਤਾਂ ਨਹੀਂ ਪਤਾ ਪਰਮੇਸ਼ਵਰ ਦੇ ਲੋਕੋ, ਲੇਕਿਨ ਮੈਂ ਬਹੁਤ ਜ਼ਿਆਦਾ ਇਸ ਨੂੰ ਇੰਜੋਏ ਕਰ ਰਿਹਾ ਹਾਂ ਕਿਉਂਕਿ ਇਹ ਬਹੁਤ ਹੀ ਸੁੰਦਰ ਯਾਤਰਾ ਆ। ਕਿਸ ਤਰ੍ਹਾਂ ਪਰਮੇਸ਼ਵਰ ਦਾ ਵਚਨ ਤੁਹਾਡੇ ਕੋਲ ਆਉਂਦਾ ਆ ਔਰ ਇੱਕ ਪ੍ਰੋਸੈਸ ਆ। ਤੁਸੀਂ ਬਿਹਾਈਂਡ ਦ ਸੀਨਸ ਦੇਖ ਰਹੇ ਹੋ, ਪਰਦੇ ਦੇ ਪਿੱਛੇ ਜੋ ਹੋ ਰਿਹਾ ਤੁਸੀਂ ਇਸ ਨੂੰ ਦੇਖਿਆ ਆ। ਹਾਂ, ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਸ ਪ੍ਰੋਸੈਸ ਨੂੰ ਅਲਾਉ ਕੀਤਾ ਅਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਕਿੰਨੇ ਚੰਗੇ ਸਮਝਦਾਰ ਪਤਨੀ ਹੋ ਮੇਰੀ। ਇਹ ਬਹੁਤ ਜ਼ਿਆਦਾ ਰਿਕੁਆਇਰ ਕਰਦਾ ਆ ਔਰ ਮੇਰਾ ਵਿਸ਼ਵਾਸ ਆ ਇੱਕ ਵਾਰ ਫਿਰ ਅੱਜ ਸਵੇਰ ਕਿ ਪਰਮੇਸ਼ਵਰ ਸਾਨੂੰ ਇਹ ਸ਼ਕਤੀ ਦੇਵੇਗਾ ਕਿ ਇਸ ਟੌਪਿਕ ਨੂੰ ਅਸੀਂ ਹੈਂਡਲ ਕਰ ਸਕੀਏ, ਕਿਉਂਕਿ ਸਾਨੂੰ ਸਿਰਫ ਸਮਝ ਗਿਆਨ ਨਹੀਂ ਚਾਹੀਦਾ ਲੇਕਿਨ ਸਾਨੂੰ ਸਮਝਦਾਰੀ ਚਾਹੀਦੀ ਹੈ ਪਰਮੇਸ਼ਵਰ ਦੇ ਦਿਲ ਵੱਲੋਂ। ਸਾਨੂੰ ਚਾਹੀਦਾ ਆ ਅਸੀਂ ਪਰਮੇਸ਼ਵਰ ਦੇ ਦਿਲ ਦੀ ਧੜਕਣ ਨੂੰ ਸਮਝਣਾ ਮੰਗਦੇ ਹਾਂ। ਅਸੀਂ ਮੰਗਦੇ ਹਾਂ ਕਿ ਅਸੀਂ ਪਰਮੇਸ਼ਵਰ ਦੀ ਉਸ ਧੜਕਣ ਦੇ ਵਿੱਚ ਅਸੀਂ ਰਿਦਮ ਦੇ ਵਿੱਚ ਸ਼ਾਮਿਲ ਹੋਈਏ। ਇਸ ਲਈ ਜਦੋਂ ਵਚਨ ਆਵੇ ਤੁਹਾਡੇ ਕੋਲ ਤੁਸੀਂ ਉਸ ਨੂੰ ਸਮਝ ਸਕੋ ਕਿ ਪਰਮੇਸ਼ਵਰ ਕੀ ਮੰਗਦਾ ਆ ਔਰ ਤੁਸੀਂ ਪਰਮੇਸ਼ਵਰ ਦੀ ਰਿਦਮ ਦੇ ਵਿੱਚ ਸ਼ਾਮਿਲ ਹੋ ਸਕੋ। ਸੋ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਪ੍ਰਾਰਥਨਾ ਵਿੱਚ ਲੱਗੇ ਰਹੋਗੇ ਜਦੋਂ ਕਿ ਤੁਸੀਂ ਇਸ ਵਚਨ ਨੂੰ ਗ੍ਰਹਿਣ ਕਰਦੇ ਹੋ। ਔਰ ਚਰਚ ਦੇ ਵਿੱਚ ਪਰਮੇਸ਼ਵਰ ਦੇ ਲੋਕੋ, ਜੋ ਲੋਕ ਫਿਜ਼ੀਕਲੀ ਸਾਡੇ ਚਰਚ ਦੇ ਵਿੱਚ ਆ ਚੁੱਕੇ ਆ, ਤੁਸੀਂ ਬਰਕਤ ਵਾਲੇ ਹੋ। ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਜਦੋਂ ਕਿ ਤੁਹਾਡੇ ਕੋਲ ਵਚਨ ਆਵੇ ਉਸ ਨੂੰ ਰਿਸਪੌਂਡ ਕਰੋ ਜਿਸ ਤਰ੍ਹਾਂ ਕਿ ਤੁਸੀਂ ਕਦੀ ਰਿਸਪੌਂਡ ਨਹੀਂ ਕੀਤਾ। ਜੇ ਤੁਸੀਂ ਮੰਗਦੇ ਹੋ ਕਿ ਆਪਣੇ ਘੁੱਟਿਆਂ 'ਤੇ ਜਾਣਾ, ਉਹਦੇ ਉੱਤੇ ਜਾਓ। ਜੇ ਤੁਸੀਂ ਮੰਗਦੇ ਹੋ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੇਟਣਾ, ਤੁਸੀਂ ਲੇਟ ਸਕਦੇ ਹੋ। ਜਦੋਂ ਪਰਮੇਸ਼ਵਰ ਤੁਸੀਂ ਉਦੋਂ ਵਚਨ ਤੁਹਾਡੇ ਉੱਤੇ ਓਵਰਟੇਕ ਕਰੇਗਾ ਜਦੋਂ ਤੁਸੀਂ ਪਰਮੇਸ਼ਵਰ ਦੀ ਨਦੀ ਦੇ ਵਿੱਚ ਜੰਪ ਮਾਰੋਗੇ। ਔਰ ਇਸ ਲਈ ਅੱਜ ਅਸੀਂ ਇਸ ਗੱਲ ਨਾਲ ਡੀਲ ਕਰਾਂਗੇ, ਇੱਕ ਯੂਨੀਕ ਟੌਪਿਕ ਦੇ ਨਾਲ ਡੀਲ ਕਰਾਂਗੇ ਔਰ ਉਸੇ ਹੀ ਕੰਟੈਕਸਟ ਦੇ ਵਿੱਚ ਡੀਲ ਕਰਾਂਗੇ ਜੇ ਪਰਮੇਸ਼ਵਰ ਦੀ ਜਿਹੜੀ ਗਲੋਰੀ ਆ, ਉਹਦੀ ਮਹਿਮਾ ਆ, ਉਹ ਕਿਸ ਤਰ੍ਹਾਂ ਹੁੰਦੀ ਆ। ਲੇਕਿਨ ਅਸੀਂ ਇਸ ਗੱਲ ਤੋਂ ਅੱਜ ਧਿਆਨ ਕਰਨਾ ਮੰਗਦੇ ਹਾਂ ਕਿ ਕਈ ਵਾਰ ਕਿਉਂ ਕਿ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੀ ਮਹਿਮਾ ਜੋ ਆ ਸਾਡੇ ਜੀਵਨ ਵਿੱਚ ਘੱਟ ਜਾਂਦੀ ਆ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਸਾਡੇ ਵਾਸਤੇ, ਸਾਨੂੰ ਸਮਝਣ ਦੀ ਲੋੜ ਆ ਕਿਉਂ ਕਿ ਅਸੀਂ ਬਹੁਤ ਵਾਰ ਪਰਮੇਸ਼ਵਰ ਦੀ ਚੰਗਿਆਈ ਵਿੱਚ, ਉਹਦੀ ਪਰਮੇਸ਼ਵਰ ਦੀ ਭਰਪੂਰੀ ਦੇ ਵਿੱਚ ਅਸੀਂ ਕਿਉਂ ਨਹੀਂ ਦਖਲ ਹੋ ਸਕਦੇ। ਜਦੋਂ ਕਿ ਅਸੀਂ ਦੇਖਦੇ ਹਾਂ ਕਿ ਲੋਕ ਹੋ ਸਕਦੇ ਸੀਗੇ। ਜੇ ਤੁਸੀਂ ਭੁੱਖੇ ਵਿਦਿਆਰਥੀ ਹੋ, ਤੁਸੀਂ ਪੁੱਛ ਰਹੇ ਹੋ ਆਲਰੇਡੀ ਕਿ ਕਿਉਂ ਉੱਥੇ ਸੀਮਾਵਾਂ ਨੇ, ਕੀ ਮੈਂ ਗਲਤ ਕਰ ਰਿਹਾ ਹੈ। ਇਹ ਚੰਗੇ ਕੁਐਸਚਨਸ ਨੇ। ਇਹ ਜਿਹੜੇ ਭੁੱਖੇ ਵਿਸ਼ਵਾਸੀ ਉਹਨਾਂ ਦੇ ਵਾਸਤੇ ਇੱਕ ਕਨਵਿਕਸ਼ਨ ਆ, ਇੱਕ ਕਾਇਲਤਾ ਆ ਔਰ ਇੱਕ ਦੋਸ਼ ਆ। ਜਿਹੜੀ ਕਾਇਲਤਾ ਆ ਉਹ ਉਦੋਂ ਪਵਿੱਤਰ ਆਤਮਾ ਸਾਡੇ ਦਿਲਾਂ ਵਿੱਚ ਲੈ ਕੇ ਆਉਂਦੀ ਆ। ਪਵਿੱਤਰ ਆਤਮਾ ਕਹਿੰਦੀ ਕਿ ਤੂੰ ਚੰਗਾ ਕਰ ਸਕਦਾ ਹੈ, ਤੂੰ ਠੰਡਾ ਪੈ ਰਿਹਾ ਆ, ਤੈਨੂੰ ਜਾਗਣ ਦੀ ਲੋੜ ਆ। ਤੁਸੀਂ ਦੇਖਦੇ ਹੋ ਕਿ ਤੁਹਾਡੇ ਦਿਲ ਕੁਐਸਚਨਸ ਦੇ ਨਾਲ, ਪ੍ਰਸ਼ਨ ਦੇ ਨਾਲ ਭਰੇ ਹੋਏ ਆ। ਤੁਸੀਂ ਦੇਖਦੇ ਹੋ ਕਿ ਕਿਉਂ ਮੈਂ ਉਹ ਐਕਸਪੀਰੀਅੰਸ ਨਹੀਂ ਕਰ ਰਿਹਾ ਜੋ ਮੈਨੂੰ ਐਕਸਪੀਰੀਅੰਸ ਕਰਨ ਦੀ ਲੋੜ ਆ। ਔਰ ਦੂਸਰੇ ਹੱਥ ਦੇ ਵਿੱਚ ਦੋਸ਼ ਆ। ਜਦੋਂ ਸ਼ੈਤਾਨ ਉਹ ਖਿਆਲ ਲੈ ਕੇ ਆਉਂਦਾ ਆ, ਸ਼ੈਤਾਨ ਕਹਿੰਦਾ ਹੈ ਕਿ ਦੇਖ ਤੇਰੇ ਕੋ ਮਹਿਮਾ ਨਿੱਘੀ ਹੁਣ, ਤੇਰੇ ਕੋ ਹੁਣ ਉਹ ਦਇਆ ਨਿੱਘੀ ਕਿ ਤੂੰ ਉਹ ਮਹਿਮਾ ਨੂੰ ਕੈਰੀ ਕਰ ਸਕੇ। ਤੂੰ ਇਸ ਲਾਇਕ ਨਿੱਘਾ, ਤੇਰੇ ਕੋ ਕਦੀ ਹੋ ਹੀ ਨਹੀਂ ਸਕਦੀ। ਉਹੀ ਤੁਸੀਂ ਕਾਇਲਤਾ ਤੋਂ ਜਾਂ ਸ਼ੈਤਾਨ ਦੋਸ਼ ਲੈ ਕੇ ਆ ਸਕਦਾ ਆ। ਇਸ ਲਈ ਕੇਅਰਫੁਲ ਰਹਿਣ ਦੀ ਲੋੜ ਆ ਕਿ ਇਸ ਮੌਸਮ ਦੇ ਵਿੱਚ ਕਿ ਤੁਸੀਂ ਦੋਸ਼ ਨੂੰ ਆਪਣੇ ਜੀਵਨ ਵਿੱਚ ਨਾ ਆਉਣ ਦੇਵੋ। ਜੋ ਵੀ ਤੁਹਾਨੂੰ ਦਿੱਤਾ ਜਾ ਰਿਹਾ ਇਸ ਸੀਰੀਜ਼ ਦੇ ਵਿੱਚ ਇੱਕ ਚੁਣੌਤੀ ਆ ਕਿ ਤੁਸੀਂ ਉੱਤੇ ਵੱਧ ਸਕੋ ਪਰਮੇਸ਼ਵਰ ਦੇ ਵਿੱਚ।
ਇਹ ਦੁਸ਼ਮਣ ਦੇ ਵਾਸਤੇ ਯੂਜ਼ ਕਰਨ ਦੇ ਵਾਸਤੇ ਨਹੀਂ ਦਿੱਤਾ ਗਿਆ ਕਿ ਤੁਹਾਨੂੰ ਡਿਸਕਰੇਜ ਕਰੇ ਕਿ ਤੁਸੀਂ ਪਹਾੜੀ ਦੇ ਥੱਲੇ ਰਹੋ। everything that is being taught in this season. ਇਸ ਜੋ ਵੀ ਸੀਜ਼ਨ ਵਿੱਚ ਸਿਖਾਇਆ ਜਾ ਰਿਹਾ ਹੈ, ਇਹ ਤੁਹਾਨੂੰ ਮੋਟੀਵੇਟ ਕਰਨਾ ਚਾਹੀਦਾ, ਇਨਕਰੇਜ ਕਰਨਾ ਚਾਹੀਦਾ ਕਿ ਤੁਸੀਂ ਉੱਤੇ ਹੋਰ ਪਹਾੜੀ ਦੇ ਉੱਤੇ ਜਾਓ, ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਓ, ਬਲਕਿ ਬਜਾਏ ਕਿ ਤੁਹਾਨੂੰ ਨਿਰਾਸ਼ ਕਰਨ ਦੇ ਵਾਸਤੇ ਕਿ ਤੁਸੀਂ ਥੱਲੇ ਰਹੋ। ਇਹ ਤੁਹਾਡੀ ਇਹ ਸਾਨੂੰ ਬਹੁਤ ਕੇਅਰਫੁਲ ਹੋਣ ਦੀ ਲੋੜ ਆ ਕਿ ਦੁਸ਼ਮਣ ਸਾਡੇ ਜੀਵਨ ਦੇ ਵਿੱਚ ਡਿਸਕਰੇਜਮੈਂਟ ਨਾ ਲੈ ਕੇ ਆਵੇ। In order to understand this, ਇਸ ਲਈ ਇਸ ਗੱਲ ਨੂੰ ਸਮਝਣ ਦੇ ਵਾਸਤੇ connect the dots from last Sunday. ਤੁਹਾਨੂੰ ਪਿਛਲੇ ਐਤਵਾਰ ਦੇ ਵੀਡੀਓ ਨੂੰ ਦੇਖਣ ਦੀ ਲੋੜ ਆ। I thought about ਮੈਂ ਸਿਖਾਇਆ ਸੀਗਾ glory ਕਿ ਕਿਸ ਤਰ੍ਹਾਂ ਪਰਮੇਸ਼ਰ ਦੀ ਜੋ ਮਹਿਮਾ ਆ ਉਹ ਪੂਰੀ ਆ ਦੁਨੀਆ ਦੇ ਉੱਤੇ। showed that from the Old ਔਰ ਮੈਂ ਪੁਰਾਣੇ ਨਿਯਮ ਤੋਂ ਲੈ ਕੇ ਨਵੇਂ ਨਿਯਮ ਦੇ ਵਿੱਚ ਸਿਖਾਇਆ ਸੀਗਾ Testament about. ਔਰ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਗੱਲ ਕੰਮ ਕਰਦੀ ਆ। Now today ਔਰ ਅੱਜ I want to cover the second part. ਮੈਂ ਦੂਸਰਾ ਹਿੱਸਾ ਕਵਰ ਕਰਨਾ ਮੰਗਦਾ ਹਾਂ। ਕਿਉਂ ਅਸੀਂ ਅੱਜ ਤੱਕਰ ਪਰਮੇਸ਼ਵਰ ਦੀ ਗੱਲਾਂ ਵਿੱਚ ਹਾਲੇ ਤੱਕਰ ਕਿਉਂ ਨਹੀਂ ਅਸੀਂ ਉਸ ਰੂਹਾਨੀ ਆਲਮ ਦੇ ਵਿੱਚ ਅੰਦਰ ਗਏ ਹਾਲੇ ਤੱਕਰ। ਅਸੀਂ ਬੋਰਨ ਅਗੇਨ ਬਿਲੀਵਰ ਆ, ਅਸੀਂ ਚਰਚ ਵਿੱਚ ਬਹੁਤ ਦੇਰ ਚੋਂ ਆ, ਲੇਕਿਨ ਫਿਰ ਵੀ ਹਾਲੇ ਪਰਮੇਸ਼ਰ ਦੀ ਗੱਲਾਂ ਸਾਡੇ ਕੋਲ ਫੁੱਲ ਕਪੈਸਿਟੀ ਵਿੱਚ ਹਾਲੇ ਤੱਕਰ ਨਹੀਂ ਆਇਆ। ਪੈਸਟਰ ਟਿਨੀ ਜੀ ਤੁਸੀਂ ਮੇਰੀ ਮਦਦ ਕਰ ਸਕੋ ਪਰਮੇਸ਼ਰ ਦੇ ਵਚਨ ਨੂੰ ਪੜ੍ਹਨ ਦੇ ਵਾਸਤੇ। ਦੂਸਰਾ ਤਿਮੋਥੀਅਸ ਉਹਦਾ 3 ਬਾਬ ਉਹਦਾ ਦੂਸਰਾ ਤਿਮੋਥੀਅਸ 3 ਬਾਬ ਉਹਦੀ 7 ਆਇਤ। ਹਮੇਸ਼ਾ ਉਪਦੇਸ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ। Very ਇਹ ਬਹੁਤ ਹੀ ਸੱਚਾਈ ਆ is talking ਕਿ ਜਿੱਥੇ ਵਚਨ ਬੋਲ ਰਿਹਾ ਆ to the state of people of God. ਉਹਨਾਂ ਲੋਕਾਂ ਦੇ ਬਾਰੇ That we are ਕਿ always ਅਸੀਂ ਹਮੇਸ਼ਾ ਸਿੱਖਦੇ ਜ਼ਰੂਰ ਆ, learning doesn't stop. ਜੇ ਸਿੱਖਣਾ ਸਾਡਾ ਮੁੱਕਦਾ ਨਿਗਾ, And yet ਲੇਕਿਨ ਫਿਰ ਵੀ never arriving ਅਸੀਂ ਸੱਚਾਈ ਤੱਕ ਨਹੀਂ ਪਹੁੰਚਦੇ, ਸੱਚਾਈ ਨੂੰ ਨਹੀਂ ਜਾਣਦੇ। a very powerful, ਇਹ ਬਹੁਤ ਹੀ ਸ਼ਕਤੀਸ਼ਾਲੀ very scary. ਇਸ ਖਤਰਨਾਕ ਵਚਨ ਆ। Try to get the context. ਆਓ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝੀਏ। Read for me ਜੇ ਤੁਸੀਂ ਮੇਰੇ ਵਾਸਤੇ ਪੜ੍ਹ ਸਕੋ 1 ਆਇਤ ਤੋਂ ਲੈ ਕੇ ਦੂਸਰਾ ਤਿਮੋਥੀਅਸ 3 ਉਹਦੀ 1 ਆਇਤ। ਇਹ ਯਾਦ ਰੱਖੋ ਆਖਰੀ ਦਿਨਾਂ ਦੇ ਵਿੱਚ ਬਹੁਤ ਮੁਸ਼ਕਿਲਾਂ ਆਉਣਗੀਆਂ। Okay. So that means that ਇਹਦਾ ਮਤਲਬ ਇਹ ਆ ਕਿ ਇਹ ਅੰਤ ਦੇ ਦਿਨਾਂ ਦੀ ਗੱਲ ਹੋ ਰਹੀ ਆ। we know that ਇਹ this is the midnight hour. ਇਹ ਜਾਣਦੇ ਹਾਂ ਕਿ ਅਸੀਂ ਹਨੇ ਅੱਧੀ ਰਾਤ ਦਾ ਸਮੇਂ ਆ There will be times of difficulty. ਔਰ ਇੱਥੇ ਲਿਖਿਆ ਹੈ ਕਿ ਮੁਸ਼ਕਿਲਾਂ ਆਉਣਗੀਆਂ। ਜਦੋਂ ਪਿਛਲੇ ਕੁਝ ਹਫ਼ਤੇ ਪਹਿਲਾਂ ਮੈਂ ਸੀਰੀਜ਼ ਨੂੰ ਸ਼ੁਰੂ ਕੀਤਾ ਸੀਗਾ ਔਰ ਅਸੀਂ ਬੋਲਿਆ ਸੀਗਾ ਕਿ ਬਹੁਤ ਹੀ ਡਿਫਿਕਲਟ ਹੋ ਜਾਏਗਾ ਪਰਮੇਸ਼ਰ ਦੇ ਬੱਚਿਆਂ ਦੇ ਵਾਸਤੇ ਜਿੱਥੇ ਕਿ ਸਾਡਾ ਵਿਸ਼ਵਾਸ ਜੋ ਆ ਉਹ ਤਰਪਿਆ ਜਾਏਗਾ। ਅਸੀਂ ਉਹਨਾਂ ਸਮਿਆਂ ਵਿੱਚ ਹਾਂ। This current ਅਸੀਂ ਇਸ ਕਰੰਟ ਸਿਚੁਏਸ਼ਨ ਨੂੰ ਦੇਖਦੇ ਹਾਂ। ਉਹ ਕਹਿੰਦਾ ਆ ਦੂਸਰੇ ਆਇਤ ਵਿੱਚ ਲਿਖਦਾ ਹੈ ਉਹਨਾਂ ਸਮਿਆਂ ਵਿੱਚ ਲੋਕ ਸਿਰਫ ਆਪਣੇ ਆਪ ਨੂੰ right as Pastor Tini is going through, ਜਿਸ ਤਰ੍ਹਾਂ ਕਿ ਪਾਸਟਰ ਟਿਨੀ ਇਸ ਵਚਨ ਨੂੰ ਪੜ੍ਹ ਰਹੇ ਆ, ਮੈਂ ਮੰਗਦਾ ਹਾਂ ਕਿ ਤੁਸੀਂ look at your heart. ਆਪਣੇ ਦਿਲ ਨੂੰ ਦੇਖੀਏ। Read each one by. ਜਦੋਂ ਤੁਸੀਂ ਇੱਕ ਇੱਕ ਨੂੰ ਪੜੋਗੇ Look at your heart and say, ਆਪਣੇ ਦਿਲ ਨੂੰ ਦੇਖੋ ਕਿ ਇਹ talking about me. ਕੀ ਮੇਰੇ ਬਾਰੇ ਗੱਲ ਹੋ ਰਹੀ ਹੈ, This is talking about ਕਿ ਮੇਰੇ ਬਾਰੇ ਗੱਲ ਹੋ ਰਹੀ ਹੈ। that you ਇਸ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਆਪਣੇ ਦਿਲ ਵਿੱਚ ਦੇਖੋ, ਕਿਉਂਕਿ have to look at your neighbor. ਤੁਹਾਨੂੰ ਆਪਣੇ ਪੜੋਸੀ ਦੇ ਦਿਲ ਦੇ ਵੱਲ ਦੇਖਣ ਦੀ ਲੋੜ ਨਹੀਂ, ਤੁਹਾਨੂੰ ਆਪਣੇ ਦਿਲ ਦੇ ਵਿੱਚ ਦੇਖਣ ਦੀ ਲੋੜ ਆ। ਇਹ ਬਹੁਤ ਜ਼ਰੂਰੀ ਆ You do that because we are going to ਕਿਉਂਕਿ ਬਹੁਤ ਜ਼ਰੂਰੀ ਆ ਕਿ ਅਸੀਂ ਜਦੋਂ 7ਵੀਂ ਆਇਤ ਤੇ ਆਵਾਂਗੇ always learn. ਜਿੱਥੇ ਕਿਸੇ ਪੜਿਆ ਕਿ ਹਮੇਸ਼ਾ ਸਿੱਖਣਾ ਲੇਕਿਨ ਕਦੀ ਵੀ ਸੱਚ ਤੇ ਨਹੀਂ ਪਹੁੰਚਣਾ। So in order for us to understand why ਇਸ ਲਈ ਸਾਨੂੰ ਜੇ ਸਮਝਣਾ ਮੰਗਦੇ ਆ ਕਿ ਅਸੀਂ ਸਿੱਖਦੇ ਰਹਿੰਦੇ ਆ ਲੇਕਿਨ ਕਦੀ ਵੀ ਸੱਚਾਈ ਤੇ ਕਰ ਨਹੀਂ ਪਹੁੰਚਦੇ, ਕਿਉਂਕਿ ਜੇ ਸਾਡੇ ਵਿੱਚ ਇਹ ਗੱਲਾਂ ਹੋਣਗੀਆਂ, ਜੇ ਸਾਡੇ ਜੀਵਨ ਵਿੱਚ ਇਹ ਗੱਲਾਂ ਹੋਣਗੀਆਂ ਤਾਂ ਫਿਰ ਉਹ ਜਿਹੜੀ 7ਵੀਂ ਜਿਹੜੀ ਆਇਤ ਸਾਡੇ ਉੱਤੇ ਲਾਗੂ ਹੁੰਦੀ ਆ। ਇਸ ਲਈ ਸਾਨੂੰ ਸਿੱਖਣ ਦੀ ਲੋੜ ਹੈ ਕਿ ਸਾਨੂੰ ਬਹੁਤ ਜ਼ਰੂਰੀ ਆ ਕਿ ਇਸ ਗੱਲ ਨੂੰ ਸਿੱਖੀ ਕਿ ਇਹ ਗੱਲਾਂ ਸਾਡੇ ਵਿੱਚ ਤਾਂ ਨਹੀਂਗਾ। ਮੈਂ ਮੰਗਦਾ ਕਿ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਤੁਸੀਂ ਆਪਣੇ ਦਿਲਾਂ ਵਿੱਚ ਦੇਖੀਏ ਕਿ ਅੰਡਰਲਾਈਨ ਕਰੀਏ necessary, so you can ਤਾਂ ਕਿ ਤੁਸੀਂ ਉਸ ਗੱਲ ਦੇ ਉੱਤੇ ਫੋਕਸ ਕਰ ਸਕੋ ਕਿ ਇਹ ਗੱਲ ਕਿਤੇ ਮੇਰੇ ਵਿੱਚ ਤਾਂ ਨਹੀਂਗੀ, ਤਾਂ ਕਿ ਅਸੀਂ ਇਹਨਾਂ ਗੱਲਾਂ ਉੱਤੇ ਧਿਆਨ ਕਰ ਸਕੀਏ।
ਉਹਨਾਂ ਸਮਿਆਂ ਵਿੱਚ ਲੋਕ ਸਿਰਫ ਆਪਣੇ ਆਪ ਨੂੰ lovers of self. ਆਪਣੇ ਆਪ ਨੂੰ ਪਿਆਰ ਕਰਨਗੇ। About me. ਇਹ ਮੇਰੇ ਬਾਰੇ ਗੱਲ ਹੋ ਰਹੀ, ਇਹ ਮੈਂ ਮੇਰੇ, ਤੁਸੀਂ ਮੈਨੂੰ ਕਿੱਦਾਂ, All about ਮੈਂ ਸਿਰਫ ਆਪਣੇ ਆਪ ਨੂੰ ਪਿਆਰ ਕਰਦਾ ਹਾਂ lovers of money, ਅਤੇ ਧਨ ਨੂੰ ਪਿਆਰ ਕਰਨਗੇ, desiring for money. ਪੈਸੇ ਨੂੰ ਪਿਆਰ ਕਰਨਗੇ, ਯਿਸੂ ਤੋਂ ਜ਼ਿਆਦਾ ਪੈਸੇ ਨੂੰ ਪਿਆਰ ਕਰਨਗੇ। ਉਹ ਘਮੰਡੀ ਅਤੇ ਅਭਿਮਾਨੀ ਹੋਣਗੇ, ਇੱਕ ਦੂਜੇ ਨੂੰ ਨਿੰਦਿਆ ਕਰਨਗੇ, ਲੋਕ ਆਪਣੇ ਮਾਪਿਆਂ ਦਾ ਆਖਾ ਨਹੀਂ ਮੰਨਣਗੇ, ਲੋਕ ਨਾ ਸ਼ੁਕਰੇ ਹੋਣਗੇ। ਉਹ ਅਜਿਹੇ ਇਨਸਾਨ ਨਹੀਂ ਹੋਣਗੇ ਜਿਹੇ ਪਰਮੇਸ਼ਰ ਚਾਹੁੰਦਾ ਹੈ। ਲੋਕ ਇੱਕ ਦੂਜੇ ਨੂੰ ਪ੍ਰੇਮ ਨਹੀਂ ਕਰਨਗੇ, ਲੋਕ ਹੋਰਾਂ ਲੋਕਾਂ ਨੂੰ ਮਾਫੀ ਦੇਣ ਤੋਂ ਇਨਕਾਰ ਕਰਨਗੇ ਅਤੇ ਉਹਨਾਂ ਬਾਰੇ ਮੰਦਾ ਬੋਲਣਗੇ। ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣਗੇ, ਉਹ ਜ਼ੁਲਮੀ ਲੋਕੀ ਹੋਣਗੇ ਅਤੇ ਉਹ ਚੰਗਿਆਈ ਨੂੰ ਨਫ਼ਰਤ ਕਰਨਗੇ। ਤੁਸੀਂ ਦੇਖਦੇ ਹੋ ਕਿ ਇਹ ਸਾਰੀਆਂ ਗੱਲਾਂ ਆਲਰੇਡੀ ਹੋ ਰਹੀਆਂ ਚਰਚ ਦੇ ਵਿੱਚ। ਤੁਸੀਂ ਦੇਖਦੇ ਹੋ ਲੋਕੀ ਬਹੁਤ ਜ਼ਿਆਦਾ ਅਭਿਮਾਨੀ ਘਮੰਡੀ ਹੋ ਚੁੱਕੇ। ਤੁਸੀਂ ਲੋਕ ਜਿਹੜੇ ਆਪਣੇ ਮਾਂ-ਬਾਪ ਦਾ ਆਦਰ ਨਹੀਂ ਕਰਦੇ, ਲੋਕੀ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ, ਔਰ ਦਿਲ ਨਹੀਂ ਉਹਨਾਂ ਦਾ, ਕੋਈ ਵੀ ਦਿਲ ਨਹੀਂ ਉਹਨਾਂ ਦਾ। ਤੁਸੀਂ ਦੇਖਦੇ ਹੋ ਕਿ ਵੀਡੀਓਜ਼ ਦੇਖਦੇ ਹੋ ਸੋਸ਼ਲ ਮੀਡੀਆ ਦੇ ਵਿੱਚ, ਜਿੱਥੇ ਕਿ ਨਿਰਦਈ ਲੋਕੀ ਗੱਲਾਂ ਕਰ ਰਹੇ, ਨਿਰਦਈ ਲੋਕੀ ਚੀਜ਼ਾਂ ਕਰਦੇ ਪਏ ਆ। ਇੱਕ ਰੇਸ, ਇੱਕ ਗੱਲ ਨਹੀਂ ਆ, ਇੱਕ ਰੇਸ ਨਹੀਂ ਬਲਕਿ ਸਾਰੇ ਕਰ ਰਹੇ ਆ, ਜਿਨ੍ਹਾਂ ਨੂੰ ਜਿਹੜੇ ਕਹਿੰਦੇ ਕਿ ਸਾਨੂੰ ਕੁਝ ਵੀ ਚੀਜ਼ ਚੰਗਾ ਨਹੀਂ ਕਰ ਸਕਦੀ, ਜਿਹੜੇ ਕਹਿੰਦੇ ਕਿ ਇਹ ਸਾਡੀ ਗੱਲਾਂ ਨਹੀਂ ਹੋਣੀ ਚਾਹੀਦੀਆਂ। ਅਸੀਂ ਇਹ ਚਰਚ ਵਿੱਚ ਦੇਖਦੇ ਹਾਂ ਕਿ ਚਰਚ ਵਿੱਚ ਹੁੰਦਾ ਹੈ ਕਿ ਅਸੀਂ ਭਾਵੇਂ ਜਿੰਨਾ ਮਰਜ਼ੀ ਚੰਗਾ ਕਰੀਏ ਲੇਕਿਨ ਲੋਕਾਂ ਨੂੰ ਪ੍ਰਸੰਨ ਨਹੀਂ ਕਰ ਪਾ ਰਹੇ, ਔਰ ਦੇਖਦੇ ਹਾਂ ਕਿ ਨਿੰਦਿਆ ਕਰਨਾ, ਕੌਨਸਟੈਂਟਲੀ ਨਿੰਦਿਆ ਕਰਨਾ, ਇਹ ਸਾਰੀਆਂ ਗੱਲਾਂ ਹੋਣਗੀਆਂ ਦਿਨਾਂ ਦੇ ਵਿੱਚ। ਆਪਣੇ ਉੱਤੇ ਕਾਬੂ ਨਹੀਂ ਕਰਨਗੇ, ਉਹ ਬਹੁਤ ਹੀ ਜ਼ਿਆਦਾ ਨਫ਼ਰਤ ਕਰਨਗੇ, ਪਰਮੇਸ਼ਰ ਨੂੰ ਪਿਆਰ ਨਹੀਂ ਕਰਨਗੇ, ਜ਼ੁਲਮੀ ਹੋਣਗੇ, ਔਰ ਦੋਸਤਾਂ ਦੇ ਖਿਲਾਫ ਹੋ ਜਾਣਗੇ, ਔਰ ਹੰਕਾਰੀ ਹੋ ਜਾਣਗੇ, ਗੁਮਾਨੀ ਹੋਣਗੇ। ਤੁਸੀਂ ਉਹਨਾਂ ਨੂੰ ਵਚਨ ਵੀ ਨਹੀਂ ਸਿਖਾ ਸਕੋਗੇ ਕਿਉਂਕਿ ਉਹ ਘਮੰਡੀ ਹੋਣਗੇ, ਗੁਮਾਨੀ ਹੋਣਗੇ। ਯਾਦ ਰੱਖੀਏ ਕਿ ਔਰ ਪਰਮੇਸ਼ਰ ਉਹਨਾਂ ਨੂੰ ਪਸੰਦ ਨਹੀਂ ਕਰਦਾ ਜੋ ਕਿ ਗੁਮਾਨੀ ਹੁੰਦੇ ਆ, ਔਰ ਪਿਆਰ ਕਰਨਗੇ ਆਪਣੇ ਆਪ ਨੂੰ, ਆਪਣੀ ਚੀਜ਼ਾਂ ਨੂੰ। ਔਰ ਮੈਂ ਦੇਖ ਰਿਹਾ ਕਿ ਤੁਸੀਂ ਬਹੁਤ ਸਾਰੇ ਜਣੇ, ਔਰ ਤੁਸੀਂ ਬਹੁਤ ਜ਼ਿਆਦਾ ਕਿ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ ਔਰ ਇਸ ਲਈ ਸਰਵਿਸ ਨੂੰ ਦੇਖ ਰਹੇ ਹੋ। ਬਹੁਤ ਸਾਰੀ ਗੱਲਾਂ ਤੁਹਾਡੇ ਨਾਮ ਨੂੰ ਪੁਕਾਰ ਰਹੀਆਂ ਸੀਗੀਆਂ ਇਸ ਦੁਨੀਆ ਦੇ ਵਿੱਚ, ਲੇਕਿਨ ਤੁਸੀਂ ਉਹਨਾਂ ਸਾਰੀ ਗੱਲਾਂ ਨੂੰ ਬੰਦ ਕੀਤਾ ਔਰ ਉਹਨਾਂ ਡਿਸਟਰੈਕਸ਼ਨਸ ਨੂੰ ਬੰਦ ਕੀਤਾ, ਔਰ ਆਪਣੇ ਫੈਮਿਲੀ ਨੂੰ, ਆਪਣੇ ਦੋਸਤਾਂ ਤੋਂ ਆਪਣੇ ਆਪ ਨੂੰ ਬੰਦ ਕੀਤਾ, ਤਾਂ ਕਿ ਤੁਸੀਂ ਅੱਜ ਦਿਨ ਪਰਮੇਸ਼ਰ ਦੇ ਹਜ਼ੂਰੀ ਵਿੱਚ ਬੈਠ ਸਕੋ ਔਰ ਪਰਮੇਸ਼ਰ ਦੇ ਵਚਨ ਨੂੰ ਸੁਣ ਸਕੋ। ਬਹੁਤ ਧਿਆਨ ਕਰਨਾ ਚਾਹੀਦਾ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਕਿ ਮੈਂ ਇਹਨਾਂ ਕਿਤੇ ਗੱਲਾਂ ਦੇ ਵਿੱਚ ਸ਼ਾਮਿਲ ਤਾਂ ਨਹੀਂ ਗਾ। ਹੋ ਸਕਦਾ ਹੈ ਕਿ ਤੁਸੀਂ 100% ਨਾ ਹੋਵੋ ਇੱਕ ਕੈਟੇਗਰੀ ਦੇ ਵਿੱਚ, ਲੇਕਿਨ ਹੋ ਸਕਦਾ ਤੁਸੀਂ 50% ਹੋਵੋ, ਹੋ ਸਕਦਾ ਤੁਸੀਂ 10% ਦੇ ਵਿੱਚ ਹੋਵੋ, ਲੇਕਿਨ ਸਾਨੂੰ ਉਹਨੂੰ ਮਾਰਨ ਦੀ ਲੋੜ ਆ। ਔਰ ਉਹ ਕਹਿੰਦੇ ਆ ਕਿ ਦਿਖਾਵਾ ਕਰਨਗੇ ਕਿ ਪਰਮੇਸ਼ਵਰ ਦੇ ਵਿੱਚ ਸੇਵਾ ਕਰਦੇ ਆ, ਪਰ ਉਹ ਪਰਮੇਸ਼ਵਰ ਦੀ ਸੇਵਾ ਨਹੀਂ ਕਰਦੇ। ਪਰਮੇਸ਼ਵਰ, ਕਈ ਲੋਕ ਕਹਿੰਦੇ ਕਿ ਮੈਂ ਪਵਿੱਤਰ ਆਤਮਾ ਦੇ ਵਿੱਚ ਵਿਸ਼ਵਾਸ ਕਰਦਾ ਹਾਂ, ਲੇਕਿਨ ਜਿੱਦਾਂ ਹੀ ਉਹ ਪਰਮੇਸ਼ਵਰ ਦੇ ਆਤਮਾ ਦੇ ਗੱਲਾਂ ਨੂੰ ਦੇਖਦੇ ਆ ਉਹ ਆਪਣਾ ਫਰੀਕ ਆਊਟ ਹੋ ਜਾਂਦੇ ਆ। ਇਹ ਸਾਰੀਆਂ ਗੱਲਾਂ ਜੋ ਆ ਉਹ ਗੱਲ ਕਰ ਰਿਹਾ ਆ, ਉਹ ਕਹਿ ਰਿਹਾ, ਉਸ ਤੋਂ ਬਾਅਦ ਕੀ ਕਹਿ ਰਿਹਾ, ਉਹ ਕਹਿ ਰਿਹਾ ਉਹਨਾਂ ਵਿੱਚੋਂ ਉਹਨਾਂ ਨੂੰ ਲੋਕਾਂ ਤੋਂ ਦੂਰ ਰਹੋ। ਔਰ ਕਾਰਨ ਕੋਈ ਇਹ ਹੈ ਜੋ ਕਹਿ ਰਿਹਾ ਹੈ, ਕਿਉਂਕਿ ਉਹ ਕਹਿ ਰਿਹਾ ਕਿ ਤੁਸੀਂ ਜਦੋਂ ਇਹਨਾਂ ਲੋਕਾਂ ਦੇ ਨਾਲ ਤੁਸੀਂ ਨਾਲ ਰਹੋਗੇ ਤਾਂ ਤੁਸੀਂ ਇਹਨਾਂ ਵਰਗੇ ਹੋ ਜਾਓਗੇ। ਉਹ ਕਹਿੰਦਾ ਕਿ ਇਹਨਾਂ ਲੋਕਾਂ ਤੋਂ ਦੂਰ ਰਹੋ, ਤੁਸੀਂ ਨਹੀਂ ਮੰਗਦੇ ਕਿ ਇਹਨਾਂ ਲੋਕਾਂ ਵਾਂਗੂ ਬਣੋ। ਅੱਗੇ ਚੱਲੀਏ। ਉਹਨਾਂ ਵਿੱਚੋਂ ਕੁਝ ਦੂਸਰਿਆਂ ਦੇ ਕਰੀ ਵੜ ਜਾਂਦੇ ਹਨ ਅਤੇ ਕਮਜ਼ੋਰ ਔਰਤਾਂ ਉੱਤੇ ਨਿਯੰਤਰਣ ਕਰ ਲੈਂਦੇ ਹਨ, ਅਤੇ ਇਹ ਔਰਤਾਂ ਪਾਪ ਨੂੰ ਭਰਪੂਰ ਔਰ ਜਿਨ੍ਹਾਂ ਦੇ ਉੱਤੇ ਅੱਗੇ ਦੇਖੀਏ 7ਵੀਂ ਆਇਤ ਤੇ ਆਈਏ। ਉਹ ਔਰਤਾਂ ਹਮੇਸ਼ਾ ਅਤੇ ਨਵੇਂ ਉਪਦੇਸ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹਨ,
ਪਰ ਉਹ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ। ਯਨਸ ਅਤੇ ਯਬਰੇਸ ਨੇ ਚੇਤੇ ਕਰੋ, ਉਹ ਮੂਸਾ ਦੇ ਖਿਲਾਫ ਸਨ। ਇਹਨਾਂ ਲੋਕਾਂ ਦੇ ਬਾਰੇ ਵੀ ਐਵੇਂ ਹੀ ਹੈ the mind and disqualify. ਔਰ ਉਹਨਾਂ ਨੇ ਉਹ ਡਿਸਕੁਆਲੀਫਾਈ ਹੋਏ ਸੀਗੇ ਆਪਣੇ ਵਿਸ਼ਵਾਸ ਤੋਂ। ਮੈਂ ਮੰਗਦਾ ਕਿ ਤੁਸੀਂ 7ਵੀਂ ਆਇਤ 'ਤੇ ਆਪਣਾ ਧਿਆਨ ਕਰੋ। ਉਹ ਕਹਿ ਰਿਹਾ ਹੈ ਕਿ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਅਤੇ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ। In order for you to hear ਕਿ ਇਹਦਾ what the Spirit ਜੇ ਅਸੀਂ ਸੁਣਨਾ ਮੰਗਦੇ ਕਿ ਪਰਮੇਸ਼ਰ ਆਤਮਾ ਕੀ ਕਹਿ ਰਿਹਾ ਹੈ, in the ਸਾਨੂੰ ਜ਼ਰੂਰੀ ਹੈ ਕਿ ਅਸੀਂ ਆਤਮਾ ਵਿੱਚ ਉਸ ਨੂੰ ਸੁਣੀਏ। works of flesh ਲੇਕਿਨ ਜੋ ਸਰੀਰ ਦੀਆਂ ਚੀਜ਼ਾਂ ਆ ਉਸ ਤਾਂ ਗੱਲਾਂ ਉੱਤੇ ਕਾਬੂ ਕਰ ਸਕਦੀਆਂ ਆ। ਅਸੀਂ ਉਹਨਾਂ ਗੱਲਾਂ ਨੂੰ ਸੁਣ ਨਹੀਂ ਸਕਦੇ ਜੋ ਆਤਮਾ ਕਹਿੰਦਾ ਆ, ਜੇ ਸਾਡਾ ਸਰੀਰ ਜ਼ਿਆਦਾ ਤਕੜਾ ਹੋਵੇ। ਯਹੂਨਾ ਦੀ ਕਿਤਾਬ, ਮੈਂ ਮੰਗਦਾ ਕਿ ਤੁਸੀਂ ਮੁੜੀਏ ਯਹੂਨਾ ਦੀ ਕਿਤਾਬ ਉਹਦਾ 3 ਬਾਬ ਉਹਦੀ 8 ਤੋਂ ਦੇਖਾਂਗੇ। ਕਿਉਂਕਿ ਜਿਹੜੀ ਹਵਾ ਆ ਉਹ ਜਿੱਧਰ ਨੂੰ ਮਰਜ਼ੀ ਜਾਂਦੀ ਹੈ, ਜਿੱਥੇ ਉਹ ਜਾਣਾ ਮੰਗਦੀ ਆ, ਲੇਕਿਨ ਤੁਹਾਨੂੰ ਨਹੀਂ ਪਤਾ ਕਿ ਉਹ ਕਿੱਥੋਂ ਆਉਂਦੀ ਹੈ ਕਿੱਥੇ ਜਾਂਦੀ ਆ। ਇਸ ਕਰਕੇ ਉਹੀ ਤਰ੍ਹਾਂ ਜਿਹੜੇ ਕਿ ਆਤਮਾ ਦੇ ਨਾਲ ਜੰਮੇ ਆ। the flesh is overpowering. ਜਿਸ ਤਰ੍ਹਾਂ ਕਿ ਪਹਿਲੇ ਮੈਂ ਕਿਹਾ ਕਿ ਜਿਹੜਾ ਮਾਸ ਆ, ਜਿਹੜਾ ਸਰੀਰ ਆ, ਉਹ ਆਤਮਾ ਰੂਹ ਦੇ ਉੱਤੇ ਕਬਜ਼ਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਔਰ ਅਸੀਂ ਹੁਣ ਦੇਖਦੇ ਹਾਂ ਕਿ ਜਿਹੜੇ ਰੂਹ ਦੇ ਨਾਲ ਪੈਦਾ ਹੋਏ ਉਹ ਰੂਹ ਦੇ ਵਿੱਚ ਨੇ। These are verses that we can go. ਅਸੀਂ ਇਹ ਐਤਾਂ ਉੱਤੇ ਕਾਫੀ ਧਿਆਨ ਕਰ ਸਕਦੇ ਹਾਂ, ਲੇਕਿਨ ਮੈਂ ਸਿਰਫ ਕੁਝ ਤੁਹਾਡਾ ਟੈਨਸ਼ਨ ਆ ਕੁਝ ਸੱਚਾਈ ਦੇ ਉੱਤੇ ਲੈ ਕੇ ਆਉਣਾ ਮੰਗਦਾ ਹਾਂ। And verse 9. ਇੱਕ 9 ਐਤ ਨੂੰ ਦੁਬਾਰਾ ਪੜ੍ਹੀਏ। ਦੀਮਸ ਨੇ ਪੁੱਛਿਆ, ਇਹ ਕਿਵੇਂ ਸੰਭਵ ਹੋ ਸਕਦਾ ਹੈ? ਯਿਸੂ ਨੇ ਆਖਿਆ, ਤੂੰ ਇਜ਼ਰਾਈਲ ਦਾ ਇੱਕ ਮਹੱਤਵਪੂਰਨ ਗੁਰੂ ਹੈ ਅਤੇ ਅਜੇ ਵੀ ਤੂੰ ਇਹਨਾਂ ਗੱਲਾਂ ਨੂੰ ਨਹੀਂ ਸਮਝਦਾ। We have a tough master. ਸਾਡਾ ਬਹੁਤ ਹੀ ਔਖਾ ਮਾਸਟਰ ਆ। Master says that ਜੇ ਦੇਖਿਆ ਜਾਵੇ ਜੇ ਇਹ ਕੋਈ ਪਾਦਰੀ ਕਿਸੇ ਬਲੀਵਰ ਨੂੰ ਕਹਿ ਦੇਵੇ ਇਹ, ਤਾਂ ਬਲੀਵਰ ਉੱਥੋਂ ਨਿਕਲ ਜਾਵੇਗਾ। ਲੇਕਿਨ ਇੰਟਰਸਟਿੰਗਲੀ ਕਿ ਯਿਸੂ ਮਸੀਹ ਕਿਸ ਤਰ੍ਹਾਂ ਪਰਮੇਸ਼ਰ ਜਿਹੜਾ ਹੈ ਕਿ ਲੋਕਾਂ ਦੇ ਨਾਲ ਗੱਲ ਕਰਦਾ ਪਿਆ, ਜਿਹੜੇ ਕਿ ਨਿਮਾਣੇ ਨੇ, ਜਿਹੜੇ ਕਿ ਕਹਿੰਦੇ ਕਿ ਮੈਂ ਠੀਕ ਹੋਣਾ ਮੰਗਦਾ ਹਾਂ। ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ, ਅਸੀਂ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਦੇਖਿਆ ਹੈ, ਪਰ ਤੁਸੀਂ ਲੋਕੀ ਉਹ ਕਬੂਲ ਨਹੀਂ ਕਰਦੇ ਜੋ ਮੈਂ ਤੁਹਾਨੂੰ ਦੱਸਦਾ ਹਾਂ। ਪਰਮੇਸ਼ਰ ਯਿਸੂ ਮਸੀਹ ਕਹਿੰਦਾ ਹੈ ਕਿ ਤੁਸੀਂ ਸਰੀਰਿਕ ਰਾਲਮ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਲੇਕਿਨ ਉਹ ਕਹਿ ਰਿਹਾ ਕਿ ਜਿੱਥੋਂ ਅਸੀਂ ਗੱਲ ਕਰ ਰਹੇ ਹਾਂ ਉਹ ਅਲੱਗ ਰਾਲਮ ਆ। ਉਹ ਕਹਿੰਦਾ ਕਿ ਮੈਂ ਉਹ ਗੱਲ ਕਰਦਾ ਆ ਕਿ ਜੋ ਅਸੀਂ ਜਾਣਦੇ ਹਾਂ ਔਰ ਅਸੀਂ ਉਹਨਾਂ ਦੀ ਗਵਾਹੀ ਦਿੰਦੇ ਹਾਂ ਜੋ ਅਸੀਂ ਦੇਖਿਆ, ਲੇਕਿਨ ਤੁਸੀਂ ਸਾਡੀ ਗਵਾਹੀ ਨੂੰ ਕਬੂਲ ਨਹੀਂ ਕਰਦੇ ਕਿਉਂਕਿ ਉਹ ਲੋਕ ਸਰੀਰਿਕ ਰਾਲਮ ਦੇ ਵਿੱਚ ਸੀਗੇ, ਕਾਰਨਲ ਰਾਲਮ ਦੇ ਵਿੱਚ ਸੀਗੇ, ਲੇਕਿਨ ਯਿਸੂ ਮਸੀਹ ਰੂਹਾਨੀ ਆਲਮ ਦੀ ਗੱਲ ਕਰ ਰਿਹਾ। ਉਹ ਕਹਿ ਰਿਹਾ ਕਿ ਅਸੀਂ ਰੂਹਾਨੀ ਆਲਮ ਦੇ ਵਿੱਚੋਂ ਗੱਲ ਕਰ ਰਹੇ ਹਾਂ, ਇਸ ਲਈ ਤੂੰ ਸਮਝ ਨਹੀਂ ਪਾ ਰਿਹਾ ਕਿ ਮੈਂ ਕੀ ਗੱਲ ਕਰ ਰਿਹਾ ਹਾਂ ਕਿਉਂਕਿ ਤੂੰ ਆਤਮਾ ਦੇ ਵਿੱਚ ਨਹੀਂ ਆ। see what more Jesus. ਔਰ ਅੱਗੇ ਦੇਖੀਏ ਯਿਸੂ ਕੀ ਕਹਿੰਦਾ ਹੈ, ਮੈਂ ਤੁਹਾਨੂੰ ਇਸ ਦੁਨੀਆ ਦੇ ਗੱਲਾਂ ਬਾਰੇ ਦੱਸਿਆ ਹੈ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ, ਇਸ ਲਈ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਗੇ? To you some earthly things. ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਇਹਨਾਂ ਦੁਨੀਆ ਦੀ ਗੱਲਾਂ ਦੇ ਬਾਰੇ ਦੱਸਿਆ, ਤੁਸੀਂ ਵਿਸ਼ਵਾਸ ਨਹੀਂ ਕੀਤਾ। ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਦੇ ਬਾਰੇ ਦੱਸਾਂਗਾ ਤਾਂ ਤੁਸੀਂ ਕਿਵੇਂ ਵਿਸ਼ਵਾਸ ਕਰੋਗੇ? First part I talked to you ਮੈਂ ਤੁਹਾਨੂੰ ਇਹ ਦੱਸਿਆ receiving listening to every ਕਿ ਸੁਣਨਾ every day listening ਕਿਸ ਤਰ੍ਹਾਂ ਤੁਸੀਂ ਤੁਹਾਨੂੰ ਜ਼ਰੂਰੀ ਆ ਕਿ ਤੁਸੀਂ ਰੋਜ਼ ਤੁਸੀਂ ਵਚਨ ਨੂੰ ਸੁਣਦੇ ਹੋ ਲੇਕਿਨ ਤੁਸੀਂ ਸਮਝ ਨਹੀਂ ਪਾਉਂਦੇ। born of the Spirit. ਔਰ ਦੂਸਰਾ ਯਿਸੂ ਕਹਿੰਦਾ ਹੈ ਕਿ ਜਿਹੜਾ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਤਦ ਤੱਕ ਉਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੇ ਜਦ ਤੱਕ ਤੁਸੀਂ ਆਤਮਾ ਵਿੱਚ ਨਹੀਂ ਹੋ। ਇੱਥੇ ਯਿਸੂ ਮਸੀਹ ਨਿਕੋਦੀਮਸ ਨੂੰ ਕਰੈਕਟ ਕਰ ਰਿਹਾ ਜੋ ਕਿ ਇੰਨਾ ਵੱਡਾ ਟੀਚਰ ਸੀਗਾ ਬਾਈਬਲ ਦਾ, ਔਰ ਅਸੀਂ ਜੋ ਚਰਚ ਦੇ ਵਿੱਚ ਇੰਨਾ ਚਿਰ ਹੋ ਜਾਣਾ ਲੇਕਿਨ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਸਮਝ ਨਹੀਂ ਪਾਉਂਦੇ ਪਰਮੇਸ਼ਰ ਦੀ ਹਜ਼ੂਰੀ ਨੂੰ। ਇਸ ਲਈ ਸਾਨੂੰ ਅਪਸੈਟ ਹੋਣ ਦੀ ਲੋੜ ਨਹੀਂਗੀ, ਲੇਕਿਨ ਜਿੱਦਾਂ ਕਿ ਨਿਕੋਦੀਮਸ ਨੇ ਆਪਣੇ ਆਪ ਨੂੰ ਨਿਮਾਣਾ ਕੀਤਾ, ਸਾਨੂੰ ਆਪਣਾ ਜੋ ਦਿਲ ਆ ਹਮ ਨਿਮਾਣਾ ਕਰਨ ਦੀ ਲੋੜ ਹੈ ਔਰ ਕਹਿਣਾ ਚਾਹੀਦਾ ਕਿ ਪਰਮੇਸ਼ਰ ਮੈਨੂੰ ਸਮਝਾ ਕਿ ਹੋ ਸਕਦਾ ਕਿ ਮੈਂ ਚਰਚ ਵਿੱਚ ਬਹੁਤ ਦੇਰ ਤੋਂ ਆਉਂਦਾ ਹੋਵਾਂ ਪ੍ਰਭੂ, ਮੈਂ ਵਚਨ ਨੂੰ ਕਿੰਨਾ ਚਿਰ ਤੋਂ ਪੜ੍ਹ ਰਿਹਾ ਹਾਂ ਪ੍ਰਭੂ ਜੀ, ਮੈਂ ਸਿੱਖਿਆ ਦੇ ਰਿਹਾ ਹਾਂ ਪ੍ਰਭੂ, ਲੇਕਿਨ ਮੈਂ ਹਾਲੇ ਤੱਕ ਉਸ ਸੱਚ ਤੱਕ ਨਹੀਂ ਪਹੁੰਚਿਆ। ਔਰ ਇੱਥੇ ਯਿਸੂ ਮਸੀਹ ਇੱਕ ਰਾਜ਼ ਦੇ ਰਹੇ ਆ,
ਔਰ ਇੱਥੇ ਮੈਂ ਤੁਹਾਨੂੰ ਉਸ ਹਾਈਲਾਈਟ ਨੇ ਕਰਨਾ ਮੰਗਦਾ ਹਾਂ। So Jesus is saying, ਯਿਸੂ ਮਸੀਹ ਕਹਿ ਰਿਹਾ cannot share these things. ਕਿ ਮੈਂ ਤੇਰੇ ਨਾਲ ਇਹ ਗੱਲਾਂ ਸਾਂਝੀਆਂ ਨਹੀਂ ਕਰ ਸਕਦਾ ਕਿਉਂਕਿ You have not qualified. ਕਿਉਂਕਿ ਤੂੰ ਹਾਲੇ ਤੱਕ ਆਪਣੇ ਵਿਸ਼ਵਾਸ ਦੇ ਵਿੱਚ ਕੁਆਲੀਫਾਈ ਨਹੀਂ ਕੀਤਾ ਤਾਂ ਕਿ ਤੂੰ ਹੋਰ ਰਿਸੀਵ ਕਰ ਸਕੇ। ਇਸ ਲਈ ਜੋ ਜਿਹੜੀਆਂ ਨੈਚੁਰਲ ਗੱਲਾਂ ਆ ਤੂੰ ਸਟਰਗਲ ਕਰ ਰਿਹਾ ਉਹਨਾਂ ਨੂੰ ਵਿਸ਼ਵਾਸ ਕਰਨ ਦੇ ਵਿੱਚ। ਜੇ ਮੈਂ ਤੇਰੇ ਨਾਲ ਸੁਪਰ ਨੈਚੁਰਲੀ ਗੱਲ ਕੀਤੀ Our eyes have ਜਿੱਥੇ ਕਿ ਜਿਹੜੀ ਮੈਂ ਦੇਖਿਆ ਆ, ਜਿੱਥੇ ਕਿ ਮੈਂ ਦੂਸਰੇ ਡਾਇਮੈਂਸ਼ਨ ਤੋਂ ਜੇ ਮੈਂ ਤੈਨੂੰ ਉਹ ਸਾਂਝਾ ਕਰਨਾ ਸ਼ੁਰੂ ਕਰ ਦੇਵਾਂ ਤਾਂ ਤੂੰ ਬਿਲਕੁਲ ਵੀ ਉਹਨਾਂ ਨੂੰ ਬਿਲਕੁਲ ਵੀ ਸਾਡੇ ਉੱਤੇ ਵਿਸ਼ਵਾਸ ਨਹੀਂ ਕਰੂੰਗਾ ਕਿਉਂਕਿ ਤੂੰ ਦੁਨਿਆਵੀ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕੀਤਾ। ਸੋ ਦੂਸਰਾ ਜੋ ਗੱਲ ਮੈਂ ਤੁਹਾਨੂੰ ਦੱਸਣਾ ਮੰਗਦਾ ਹਾਂ, ਮੈਂ ਮੰਗਦਾ ਕਿ ਤੁਸੀਂ ਆਪਣੇ ਦਿਲ ਦੇ ਵਿੱਚ ਦੇਖੋ ਕਿ ਕਿਤੇ ਤੁਹਾਡੇ ਦਿਲ ਦੇ ਵਿੱਚ ਕਿਤੇ ਅਨਬਿਲੀਵ ਦੀ ਆਤਮਾ ਤਾਂ ਨਹੀਂ ਗਈ। is there. ਅਬ ਮੈਂ ਮੰਗਦਾ ਕਿ ਤੁਸੀਂ ਆਪਣੇ ਦਿਲ ਦੇ ਵਿੱਚ ਦੇਖੋ ਕਿ ਕੀ ਮੈਂ ਬੇਵਿਸ਼ਵਾਸੀ ਦੀ ਆਤਮਾ ਤਾਂ ਨਹੀਂ ਮੇਰੇ ਅੰਦਰ, ਕੀ ਮੇਰੇ ਵਿੱਚ ਸ਼ੰਕਾ ਦੀ ਆਤਮਾ ਤਾਂ ਨਹੀਂ ਗਈ ਮੇਰੇ ਦਿਲ ਦੇ ਵਿੱਚ। Every time ਜਦੋਂ ਵੀ ਪਰਮੇਸ਼ਰ ਦਾ ਵਚਨ ਆਉਂਦਾ ਆ is my ਕਿ ਮੇਰਾ ਜੋ ਦਿਮਾਗ, ਮੇਰਾ ਸਿਰ, full of questions. ਮੇਰਾ ਦਿਮਾਗ ਕੁਐਸਚਨਸ ਦੇ ਨਾਲ ਭਰ ਜਾਂਦਾ ਆ, ਝੂਠਾਂ ਦੇ ਨਾਲ ਭਰ ਜਾਂਦਾ ਆ ਕਿ ਮੈਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਆਪਣੇ ਜੀਵਨ ਵਿੱਚ ਕੁਐਸਚਨ ਕਰਦਾ ਆ, ਕਿ ਮੈਂ ਆਪਣੇ ਪਰਮੇਸ਼ਵਰ ਦੀ ਚੰਗਿਆਈ ਨੂੰ, ਉਹਦੀ ਗੁੱਡਨੈਸ ਨੂੰ ਆਪਣੇ ਜੀਵਨ ਦੇ ਵਿੱਚ ਕੁਐਸਚਨ ਕਰਦਾ ਆ, ਕਿ ਮੈਂ ਕੁਐਸਚਨ ਕਰਦਾ ਹਾਂ ਕਿ ਪਰਮੇਸ਼ਵਰ ਫੇਅਰ ਨਿਗਾ। The enemy can make you ਪਰਮੇਸ਼ਵਰ ਦੇ ਲੋਕੋ ਜੇ ਦੁਸ਼ਮਣ ਤੁਹਾਨੂੰ ਇਹ ਗੱਲਾਂ ਦੇ ਵਿੱਚ ਸ਼ੰਕਾ ਪੈਦਾ ਕਰ ਦਿੰਦਾ ਆ, ਜੇ ਉਹ ਤੁਹਾਨੂੰ ਤੁਹਾਡੇ ਦਿਲ ਦੇ ਵਿੱਚ ਸ਼ੰਕਾ ਪੈਦਾ ਕਰ ਦੇਵੇ ਪਰਮੇਸ਼ਵਰ ਦੇ ਪਿਆਰ ਦੇ ਵੱਲ ਨੂੰ, sharing with you right ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ, ਇਹ ਸਿੰਪਲ ਹੋ ਸਕਦਾ ਆ, ਇਹ ਸਿੰਪਲ ਨਿਗਾ। this is going to help you enter into the ਇਹ ਤੁਹਾਨੂੰ ਮਦਦ ਕਰੇਗਾ ਕਿ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅੰਦਰ ਆਵੋ। ਇੱਕ ਵਿਸ਼ਵਾਸੀ ਜੋ ਆ, struggling to understand the ਜੋ ਉਹ ਵਿਸ਼ਵਾਸੀ ਜੋ ਕਿ ਸਟਰਗਲ ਕਰ ਰਿਹਾ ਸਮਝਣ ਨੂੰ ਕਿ ਪਰਮੇਸ਼ਵਰ ਦੀ ਦਇਆ ਨੂੰ, ਪਰਮੇਸ਼ਵਰ ਦੀ ਕਿਰਪਾ ਨੂੰ ਆਪਣੇ ਜੀਵਨ ਦੇ ਵਿੱਚ, ਜੇ ਉਹ ਸਟਰਗਲ ਕਰ ਰਿਹਾ ਆ ਕਿ ਪਰਮੇਸ਼ਵਰ ਦਾ ਪਿਆਰ ਸਮਝਣ ਨੂੰ, ਉਹ ਵਿਸ਼ਵਾਸੀ ਆ, ਉਹ ਹਮੇਸ਼ਾ ਸਟਰਗਲ ਕਰੇਗਾ ਪਰਮੇਸ਼ਵਰ ਦੀ ਰੂਹਾਨੀ ਆਲਮ ਨੂੰ ਸਮਝਣ ਦੇ ਵਿੱਚ। ਇਸ ਲਈ ਜੋ ਦੁਸ਼ਮਣ ਨੇ ਆ ਉਹ ਆਏਗਾ, ਤੁਹਾਡੇ ਦਿਲ ਦੇ ਵਿੱਚ ਸ਼ੰਕਾ ਪੈਦਾ ਕਰੂਗਾ ਕਿ ਪਰਮੇਸ਼ਵਰ ਦੀ ਚੰਗਿਆਈ ਦੇ ਵਾਸਤੇ, ਪਰਮੇਸ਼ਵਰ ਉਹ ਤੁਹਾਡੇ ਜੀਵਨ ਦੇ ਵਿੱਚ ਜੋ ਦੁਸ਼ਮਣ ਆ ਤੁਹਾਡੇ ਵੱਲ ਨੂੰ ਕੋਈ ਟਰਬਲ ਸਿੱਟੇਗਾ, ਉਹ ਤੁਹਾਨੂੰ ਮਜਬੂਰ ਸੋਚਣ ਦੇ ਵਿੱਚ ਮਜਬੂਰ ਕਰੇਗਾ ਕਿ ਕੀ ਸੱਚੀ ਪਰਮੇਸ਼ਵਰ ਹੈਗਾ ਆ, ਕਿ ਸੱਚੀ ਪਰਮੇਸ਼ਵਰ ਦੀ ਹਜ਼ੂਰੀ ਹੈਗੀ ਆ, ਕਿ ਪਰਮੇਸ਼ਵਰ ਸੱਚੀ ਮੈਨੂੰ ਪਰਵਾਹ ਕਰਦਾ ਆ। sowing ਇਸ ਤਰ੍ਹਾਂ ਜਿਹੜਾ ਦੁਸ਼ਮਣ ਆ ਉਹ ਤੁਹਾਡੇ ਦਿਲ ਦੇ ਵਿੱਚ ਇਹ ਸ਼ੰਕਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਕਿ ਪਰਮੇਸ਼ਵਰ ਸੱਚੀ ਹੈਗਾ ਆ, ਕਿ ਉਹ ਸੱਚੀ ਉਹਦੀ ਹਜ਼ੂਰੀ ਹੈਗੀ ਆ। able to promote ਤੁਸੀਂ greater ਇਸ ਸ਼ੰਕਾਵਾਂ ਦੇ ਵਿੱਚ ਗੁੱਝਦੇ ਹੋਏ ਤੁਸੀਂ ਕਦੀ ਵੀ ਪਰਮੇਸ਼ਵਰ ਦੇ ਰੂਹਾਨੀ ਆਲਮ ਵਿੱਚ ਅੰਦਰ ਨਹੀਂ ਜਾ ਸਕਦੇ। the glory realm. ਜਿਹੜਾ ਗਲੋਰੀ ਰੂਹਾਨੀ ਆਲਮ ਆ, ਮਹਿਮਾ ਦਾ ਆਲਮ ਆ, ਉਹ ਸਾਰਿਆਂ ਦੇ ਵਾਸਤੇ ਨਹੀਂਗਾ, ਲੇਕਿਨ ਉਹਨਾਂ ਦੇ ਵਾਸਤੇ ਆ ਜੋ ਕਿ ਸਮਝਦੇ ਆ ਪਰਮੇਸ਼ਵਰ ਦੀ ਦਇਆ ਨੂੰ, ਉਹਦੀ ਕਿਰਪਾ ਨੂੰ। ਉਹ ਉਹਨਾਂ ਦੇ ਵਾਸਤੇ ਆ that do not doubt. ਜੋ ਕਿ ਉਹਦੇ ਉੱਤੇ ਸ਼ੰਕਾ ਨਹੀਂ ਕਰਦੇ। Painful ਇਹ ਬਹੁਤ ਹੀ ਦੁੱਖ, ਬਹੁਤ ਹੀ ਇਹ ਔਖੀ ਟੀਚਿੰਗ ਹੈ ਜੋ ਕਿ ਮੈਂ ਦਿੱਤੀ ਸੀਗੀ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਉੱਤੇ। ਤੁਸੀਂ ਸਾਡੇ YouTube ਚੈਨਲ ਦੇ ਉੱਤੇ ਦੇਖ ਸਕਦੇ ਆ। ਔਰ ਮੈਂ ਇਸ ਗੱਲ ਨੂੰ ਮੈਂਸ਼ਨ ਕੀਤਾ ਸੀਗਾ ਕਿ ਕਿਸ ਤਰ੍ਹਾਂ ਯਹੋਨਾ ਜੋ ਸੀਗਾ ਉਹ ਟੁੱਟਿਆ ਹੋਇਆ ਸੀਗਾ, ਔਰ ਕਿਸ ਤਰ੍ਹਾਂ ਉਸਨੇ ਸ਼ੰਕਾ ਕੀਤੀ ਮਸਾਇਆ ਦੇ ਉੱਤੇ, ਔਰ ਕਿਸ ਤਰ੍ਹਾਂ ਮਸਾਇਆ ਜਿਹੜਾ ਸੀਗਾ ਉਹ ਰੁਕਿਆ ਨਹੀਂ ਆਪਣੇ ਆਪ ਨੂੰ ਅਪਰੂਵ ਕਰਨ ਦੇ ਵਾਸਤੇ, ਲੇਕਿਨ ਉਸਨੇ ਉਸ ਜਗ੍ਹਾ ਨੂੰ ਛੱਡ ਕੇ ਉਹ ਚਲਾ ਗਿਆ। ਔਰ ਇਹ ਇਮੈਜਿਨ ਕਰੋ ਕਿ ਕਿਸ ਤਰ੍ਹਾਂ ਯਹੋਨਾ ਬਪਤਿਸਮਾ ਦੇਣ ਵਾਲਾ ਕਿਸ ਤਰ੍ਹਾਂ ਉਹ ਸ਼ੰਕਾ ਦੇ ਵਿੱਚ ਸੀਗਾ ਕਿ ਉਹਦੇ ਉੱਤੇ ਇੰਨਾ ਜ਼ਿਆਦਾ ਉੱਤੇ ਬੁਲਾਹਟ ਸੀ ਕਿ ਜੋ ਉਹਨੇ ਪਰਮੇਸ਼ਰ ਦੇ ਵਾਸਤੇ ਰਾਹ ਤਿਆਰ ਕਰਨਾ ਸੀਗਾ, ਲੇਕਿਨ ਯਿਸੂ ਮਸੀਹ ਉਸ ਜਗ੍ਹਾ ਨੂੰ ਛੱਡ ਕੇ ਗਿਆ। ਔਰ ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ਰ ਦੇ ਰੂਹਾਨੀ ਆਲਮ ਨੂੰ ਸਮਝੀਏ, ਸਾਨੂੰ ਉਹਦੇ ਉੱਤੇ ਵਿਸ਼ਵਾਸ ਕਰਨ ਦੀ ਬਹੁਤ ਜ਼ਰੂਰੀ ਆ। ਜੋ ਗੱਲਾਂ ਉਹਨੇ ਸਾਨੂੰ ਸਿਖਾਈਆਂ ਆ ਉਹਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਹੈ। ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਹੋਵਾਂਗਾ ਅੰਤ ਤੱਕ। ਜੇ ਅਸੀਂ ਸੱਚੀ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਵਫਾਦਾਰੀ ਉੱਤੇ ਵਿਸ਼ਵਾਸ ਕਰਦੇ ਹਾਂ ਕਿ ਹੁਣ ਉਹ ਤੁਹਾਨੂੰ ਉਚਾਈ ਜਗ੍ਹਾ ਤੇ ਲੈ ਜਾਵੇ,
ਕਿ ਉਹ ਤੁਹਾਨੂੰ ਆਪਣੀ ਮਹਿਮਾ ਨੂੰ ਦਿਖਾਵੇ ਰੂਹਾਨੀ ਆਲਮ ਦੇ ਵਿੱਚ। In other words, God is saying, I desire ਦੂਸਰੇ ਸ਼ਬਦਾਂ ਦੇ ਵਿੱਚ ਪਰਮੇਸ਼ਵਰ ਕਹਿੰਦਾ ਹੈ ਕਿ ਮੈਂ ਤੁਹਾਨੂੰ ਰੂਹਾਨੀ ਆਲਮ ਦੇ ਵਿੱਚ ਲੈ ਕੇ ਜਾਣਾ ਮੰਗਦਾ, ਲੇਕਿਨ ਮੈਂ ਮੰਗਦਾ ਹਾਂ ਕਿ ਤੁਸੀਂ ਮੈਨੂੰ ਪਹਿਲਾਂ ਦੁਨਿਆਵੀ ਆਲਮ ਦੇ ਵਿੱਚ ਮੇਰੇ ਉੱਤੇ ਵਿਸ਼ਵਾਸ ਕਰੋ। ਆਓ ਅਸੀਂ ਦੇਖੀਏ ਔਰ ਪਰਮੇਸ਼ਵਰ ਦੇ ਦਿਲ ਨੂੰ ਸਮਝੀਏ। ਮਤੀ ਦੀ ਅੰਜੀਲ ਉਹਦਾ 23 ਬਾਪ ਉਹਦੀ ਮਤੀ ਦੀ ਅੰਜੀਲ ਉਹਦਾ 23 ਬਾਪ ਉਹਦੀ 37 ਵਿੱਚ ਲਿਖਦਾ ਹੈ, ਉਹ ਯਰੂਸ਼ਲਮ ਉਹ ਸ਼ਹਿਰ ਜੋ ਕਿ ਆਪਣੇ ਨਬੀਆਂ ਨੂੰ ਪਥਰਾਵ ਕਰਦਾ ਆ। ਕਿੰਨੀ ਵਾਰੀ ਮੈਂ ਤੈਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਕਿ ਇੱਕ ਮੁਰਗੀ ਆਪਣੇ ਚੂਚਿਆਂ ਨੂੰ ਇਕੱਠਾ ਕਰਦੀ ਆ ਲੇਕਿਨ ਆਪਣੇ ਪਰਾਂ ਦੇ ਹੇਠਾਂ, ਲੇਕਿਨ ਤੂੰ ਨਹੀਂ ਮੰਨਿਆ। ਉਹ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੇ ਪੰਖਾਂ ਦੇ ਹੇਠਾਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤਾ। ਮੈਂ ਮੰਗਦਾ ਸੀਗਾ ਕਿ ਤੂੰ ਮੇਰੀ ਮਹਿਮਾ ਨੂੰ ਦੇਖੇ, ਮੈਂ ਮੰਗਦਾ ਸੀਗਾ ਕਿ ਤੂੰ ਉਸ ਮਹਿਮਾ ਨੂੰ ਮਹਿਸੂਸ ਕਰੇ, ਮੈਂ ਮੰਗਦਾ ਸੀਗਾ ਕਿ ਤੂੰ ਮੇਰੇ ਅੰਦਰ ਆਵੇ, ਲੇਕਿਨ ਤੂੰ ਨਹੀਂ ਆਇਆ। ਇਸ ਲਈ ਤੁਸੀਂ ਸੋਚਦੇ ਹੋ ਕੌਣ ਆਪਣੇ ਸਹੀ ਦਿਮਾਗਾਂ ਦੇ ਵਿੱਚ ਕੌਣ ਵਿਲਿੰਗਲੀ ਨਹੀਂ ਸੀਗਾ, ਕੌਣ ਨਹੀਂ ਸੀਗਾ ਆਉਣਾ ਮੰਗਦਾ। ਜਿਹੜਾ ਆਨਸਰ ਆ ਉਹ ਸ਼ਹਿਰ ਜੋ ਕਿ ਨਬੀਆਂ ਨੂੰ ਮਾਰਦਾ ਆ ਔਰ ਪਥਰਾਵ ਕਰਦਾ ਹੈ ਉਹਨਾਂ ਨੂੰ ਜੋ ਕਿ ਉਹਦੇ ਵਿੱਚ ਘੱਲੇ ਗਏ ਹੁੰਦੇ ਨੇ। ਉਹ ਕਹਿੰਦਾ ਹੈ ਕਿ ਦੂਸਰੇ ਸ਼ਬਦਾਂ ਵਿੱਚ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਤੈਨੂੰ ਆਪਣਾ ਮੈਂ ਮਹਿਮਾ ਦਿਖਾਉਣਾ ਮੰਗਦਾ ਸੀਗਾ, ਮੈਂ ਮੰਗਦਾ ਸੀਗਾ ਕਿ ਤੂੰ ਮੇਰੇ ਪੰਖਾਂ ਦੇ ਹੇਠਾਂ ਆਵੇ। ਲੇਕਿਨ ਕਿਸ ਤਰ੍ਹਾਂ ਪਰਮੇਸ਼ਰ ਕਰਨਾ ਮੰਗਦਾ ਸੀਗਾ ਉਹ ਗੱਲਾਂ ਆਪਣੇ ਨਬੀਆਂ ਨੂੰ ਘੱਲ ਕੇ। ਉਹ ਕਹਿੰਦਾ ਕਿ ਮੈਂ ਆਪਣੇ ਨਬੀਆਂ ਨੂੰ ਤੇਰੇ ਕੋਲ ਭੇਜਿਆ, ਲੇਕਿਨ ਤੂੰ ਉਹਨਾਂ ਨੂੰ ਮਾਰ ਦਿੱਤਾ, ਤੂੰ ਉਹਨਾਂ ਨੂੰ ਪਥਰਾਵ ਕੀਤਾ। ਕਿਉਂਕਿ ਬਹੁਤ ਵਾਰ ਅਸੀਂ ਸਮਝਦੇ ਨਹੀਂ, ਕਿਉਂਕਿ ਆਪਣੇ ਆਪ ਨੂੰ ਕਦੀ ਕਦੀ ਰਿਵੀਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਕਿਸੇ ਦੇ ਦੁਆਰਾ ਕਰਦਾ ਆ, ਕਿਸੇ ਦੇ ਦੁਆਰਾ ਵਚਨ ਭੇਜ ਕੇ, ਕਿਸੇ ਦੇ ਦੁਆਰਾ ਚਮਤਕਾਰ ਭੇਜ ਕੇ, ਕਿਸੇ ਦੇ ਦੁਆਰਾ ਆਪਣੀ ਮਹਿਮਾ ਭੇਜ ਕੇ, ਕਿਸੇ ਦੇ ਦੁਆਰਾ ਆਪਣੀ ਹਜ਼ੂਰੀ ਭੇਜ ਕੇ। ਲੇਕਿਨ ਅਸੀਂ ਵਫਾਦਾਰ ਨਹੀਂ ਹੁੰਦੇ ਥੋੜ੍ਹੇ ਦੇ ਵਿੱਚ। ਅਸੀਂ ਉਸਨੂੰ ਸਮਝਦੇ ਨਹੀਂਗੇ, ਅਸੀਂ ਸਮਝਦੇ ਨਹੀਂ ਕਿ ਪਰਮੇਸ਼ਰ ਕਿੱਦਾਂ ਕੰਮ ਕਰਦਾ ਆ। ਔਰ ਪਰਮੇਸ਼ਰ ਕਹਿੰਦਾ ਕਿ ਤੁਸੀਂ ਕਿਉਂਕਿ ਉਹਨਾਂ ਨੂੰ ਰਿਜੈਕਟ ਕੀਤਾ, ਕਿਉਂਕਿ ਤੁਸੀਂ ਉਹਨਾਂ ਨੂੰ ਇਨਕਾਰ ਕੀਤਾ, ਉਹਨਾਂ ਲੋਕਾਂ ਨੂੰ ਇਨਕਾਰ ਕੀਤਾ ਜੋ ਕਿ ਮੈਂ ਇਕੱਲੇ ਆ, ਜੋ ਕਿ ਉਹ ਲੋਕ ਜੋ ਕਿ ਤੁਹਾਨੂੰ ਮੇਰੇ ਕੋਲ ਲੈ ਕੇ ਆਉਣਾ ਮੰਗਦੇ ਸੀਗੇ, ਤੁਸੀਂ ਉਹਨਾਂ ਨੂੰ ਮਾਰਿਆ। ਪਰਮੇਸ਼ਵਰ ਦੀ ਇੱਛਾ ਆ। ਉਹ ਕਹਿੰਦਾ ਹੈ ਕਿ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਗੱਲ ਨੂੰ ਰੈਜ਼ਿਸਟ ਕਰ ਰਹੇ ਹੋ। ਇਸ ਲਈ ਹਮੇਸ਼ਾ ਸਿੱਖਣਾ, ਲੇਕਿਨ ਉੱਥੇ ਤੱਕ ਨਹੀਂ ਪਹੁੰਚਣਾ। ਉਹ ਦੂਸਰਾ ਕਿ ਮੈਂ ਤੈਨੂੰ ਨਹੀਂ ਦਿਖਾ ਸਕਦਾ ਕਿਉਂਕਿ ਤੁਸੀਂ ਜ਼ਿਆਦਾ ਨਹੀਂ ਦਿਖਾ ਸਕਦੇ, ਕਿਉਂਕਿ ਥੋੜ੍ਹੇ ਵਿੱਚ ਵਿਸ਼ਵਾਸ ਨਹੀਂ ਕੀਤਾ। ਤੀਸਰਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਆ ਤੁਸੀਂ ਸਮਝੇ ਨਹੀਂ ਹੋ, ਕਿਉਂਕਿ ਜਦੋਂ ਮੈਂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੁਸੀਂ ਉੱਥੇ ਉਹਨੂੰ ਮਾਰ ਦਿੱਤਾ, ਉਹਨਾਂ ਲੋਕਾਂ ਨੂੰ ਮਾਰ ਦਿੱਤਾ ਜਿਹੜਾ ਲੋਕਾਂ ਨੂੰ ਮੈਂ ਤੁਹਾਡੇ ਵੱਲ ਨੂੰ ਘੱਲਿਆ ਸੀਗਾ, ਜਿਹੜੇ ਲੋਕ ਤੁਹਾਨੂੰ ਮੇਰੀ ਆਲਮ ਦੇ ਵਿੱਚ ਲੈ ਕੇ ਆਉਣਾ ਮੰਗਦੇ ਸੀ, ਕਿ ਮੇਰੇ ਰੂਹਾਨੀ ਆਲਮ ਦੇ ਵਿੱਚ ਲੈ ਕੇ ਆਉਣਾ ਮੰਗਦੇ ਸੀ। ਤੁਸੀਂ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਮੈਂ ਆਪਣੇ ਲੋਕਾਂ ਦਾ ਇਸਤੇਮਾਲ ਕਰਦਾ ਹਾਂ। ਇਹ ਪਰਮੇਸ਼ਵਰ ਗੱਲ ਕਰਦਾ ਹੈ। ਪਰਮੇਸ਼ਵਰ ਕਹਿ ਰਿਹਾ ਕਿ ਤੁਸੀਂ ਇਸ ਗੱਲ ਦੇ ਵਿੱਚ ਸ਼ਾਮਿਲ ਨਹੀਂ ਸੀ। ਮੇਰੀ ਪ੍ਰਾਰਥਨਾ ਹੈ ਕਿ ਸਾਡੇ ਬਾਰੇ ਨਾ ਕਿਹਾ ਜਾਵੇ ਕਿ ਅਸੀਂ ਇਸ ਗੱਲ ਦੇ ਵਿੱਚ ਸ਼ਾਮਿਲ ਨਹੀਂ ਸੀਗੇ। ਅਸੀਂ ਸਿੱਖਦੇ ਰਹਿੰਦੇ ਹਾਂ ਲੇਕਿਨ ਕਦੀ ਸੱਚ ਤੱਕ ਨਹੀਂ ਪਹੁੰਚਦੇ। ਅਸੀਂ ਪਰਮੇਸ਼ਵਰ ਦੀ ਜੋ ਪ੍ਰੋਸੈਸ ਹੈ ਉਸ ਨੂੰ ਨਹੀਂ ਲੈਂਦੇ। ਅਸੀਂ ਪਰਮੇਸ਼ਵਰ ਦੀਆਂ ਰੂਹਾਨੀ ਗੱਲਾਂ ਨੂੰ ਨਹੀਂ ਸਮਝਦੇ। ਪਰਮੇਸ਼ਵਰ ਜੋ ਕਿ ਪਰਮੇਸ਼ਵਰ ਸਟਰਕਚਰ ਦਾ, ਸਿਸਟਮ ਦਾ, ਆਰਡਰ ਦਾ ਪਰਮੇਸ਼ਵਰ ਆ, ਉਹ ਕਦੀ ਵੀ ਕਿਸੇ ਨੂੰ ਗਲੋਰੀ ਦੇ ਵਿੱਚ ਪ੍ਰਮੋਟ ਨਹੀਂ, ਗਲੋਰੀ ਦੇ ਵਿੱਚ ਨਹੀਂ ਲੈ, ਉਹਨਾਂ ਲੋਕਾਂ ਦਾ ਆਦਰ ਨਹੀਂ ਕਰਦਾ ਜੋ ਉਹਦੇ ਅਥਾਰਟੀ ਵਿੱਚ ਹੁੰਦੇ ਆ। ਲੇਕਿਨ ਜਦੋਂ ਤੁਹਾਡਾ ਦਿਲ ਆਦਰ ਦੇ ਨਾਲ ਭਰਿਆ ਹੁੰਦਾ ਆ, ਜਦੋਂ ਤੁਹਾਡਾ ਦਿਲ ਹਿਊਮਿਲਿਟੀ ਦੇ ਨਾਲ ਭਰਿਆ ਹੁੰਦਾ, ਜਦੋਂ ਤੁਹਾਨੂੰ ਪਤਾ ਲੱਗਦਾ ਕਿ ਪਰਮੇਸ਼ਰ ਕਿਸ ਤਰ੍ਹਾਂ ਕੰਮ ਕਰਦਾ, ਜਦੋਂ ਉਹ ਤੁਹਾਡੇ ਦਿਲਾਂ ਨੂੰ ਤਿਆਰ ਕਰਦਾ ਆ, ਜਦੋਂ ਤੁਸੀਂ ਉਹਦੇ ਰੂਹਾਨੀ ਆਲਮ ਨੂੰ ਕਬੂਲ ਕਰਦੇ ਹੋ, ਉਹਦੇ ਹਜ਼ੂਰੀ ਨੂੰ ਕਬੂਲ ਕਰਦੇ ਹੋ। ਇਬਰਾਨੀਆਂ ਦੀ ਕਿਤਾਬ 4 ਬਾਪ ਉਹਦੀ 16 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਆ। ਇਬਰਾਨੀਆਂ ਦੀ ਕਿਤਾਬ 4 ਬਾਪ ਉਹਦੀ 16 ਆਇਤ ਵਿੱਚ, ਇਸ ਲਈ ਆਓ ਆਪਾਂ ਪੂਰੀ ਦਲੇਰੀ ਦੇ ਨਾਲ ਪਰਮੇਸ਼ਵਰ ਦੇ ਤਖ਼ਤ ਦੇ ਸਾਹਮਣੇ ਆਈਏ ਤਾਂ ਕਿ ਸਾਨੂੰ ਪਰਮੇਸ਼ਵਰ ਦੀ ਦਇਆ ਔਰ ਕਿਰਪਾ ਮਿਲ ਸਕੇ ਜੋ ਕਿ ਸਾਨੂੰ ਔਖੇ ਸਮੇਂ ਦੇ ਵਿੱਚ ਲੋੜ ਆ।
ਇਹ ਬਹੁਤ ਹੀ powerful. ਸ਼ਕਤੀਸ਼ਾਲੀ ਆਇਤ ਆ। How ਅਸੀਂ ਕਿਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅੰਦਰ ਆਉਂਦੇ ਹਾਂ, ਕਿਸ ਤਰ੍ਹਾਂ ਉਹਦੇ ਤਖਤ ਦੇ ਸਾਹਮਣੇ ਆਉਂਦੇ, ਕਿਸ ਤਰ੍ਹਾਂ ਉਹਦੇ ਤਖਤ ਦੇ ਸਾਹਮਣੇ ਆਉਂਦੇ ਹਾਂ, how do we enter ਕਿਸ ਤਰ੍ਹਾਂ ਅਸੀਂ ਅੰਦਰ ਆਉਂਦੇ ਹਾਂ, to the glory place? ਅਸੀਂ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ। And that's the key ਇਹ ਚਾਬੀ ਆ, given to us. ਇਹ ਸਾਨੂੰ ਦਿੱਤੀ ਗਈ ਆ। Hebrews chapter 4. ਇਬਰਾਨੀਆਂ 4:16। Let us then ਔਰ ਆਓ ਆਪਾਂ ਹੁਣ ਪੂਰੇ ਦਲੇਰੀ ਦੇ ਨਾਲ ਪਰਮੇਸ਼ਵਰ ਦੇ ਤਖਤ ਦੇ ਸਾਹਮਣੇ ਆਈਏ ਤਾਂ ਕਿ ਅਸੀਂ ਉਹ ਲੈ ਸਕੀਏ ਦਇਆ ਔਰ ਕਿਰਪਾ ਜੋ ਕਿ ਸਾਡੀ ਮਦਦ ਕਰ ਸਕੇ, ਜੋ ਕਿ ਸਾਨੂੰ ਜਦੋਂ ਸਾਨੂੰ ਲੋੜ ਹੋਵੇ। Enter into that glory level, ਕਿੱਦਾਂ ਅਸੀਂ ਅੰਦਰ ਆਵਾਂਗੇ ਰੂਹਾਨੀ ਆਲਮ ਦੇ ਵਿੱਚ? able to see things. ਜਦੋਂ ਕਿ ਤੁਸੀਂ ਉਚਾਈ ਦੇ ਨਾਲ ਉਹਨਾਂ ਗੱਲਾਂ ਨੂੰ ਦੇਖ ਸਕੋਗੇ ਔਰ ਉਹ ਦਲੇਰੀ ਦੇ ਨਾਲ ਹੋਏਗਾ। Only way you can enter. ਤੁਸੀਂ ਦਲੇਰੀ ਦੇ ਨਾਲ ਉਸ ਰੂਹਾਨੀ ਆਲਮ ਦੇ ਵਿੱਚ ਅੰਦਰ ਆ ਸਕਦੇ ਆ। Move that confidence ਪਾਪ ਕੀ ਕਰਦਾ? ਉਸ ਦਲੇਰੀ ਨੂੰ ਸਾਡੇ ਵਿੱਚੋਂ ਖਤਮ ਕਰਦਾ ਆ ਕਿ ਅਸੀਂ to enjoy ਉਸ ਨੂੰ ਲੈ ਸਕੀਏ, ਉਸ ਨੂੰ ਆਨੰਦ ਮਨਾ ਸਕੀਏ ਪਰਮੇਸ਼ਵਰ ਦੀ ਹਜ਼ੂਰੀ ਨੂੰ, belongs to us. ਜੋ ਕਿ ਸਾਡੇ ਵਾਸਤੇ ਆ। Satan, ਇਸ ਤੋਂ ਜੋ ਦੁਸ਼ਮਣ ਆ accuser, ਉਹ ਦੂਸਰਿਆਂ ਉੱਤੇ ਦੋਸ਼ ਲਗਾਉਣ ਵਾਲਾ ਹੈ, ਭਰਾਵਾਂ ਉੱਤੇ ਦੋਸ਼ ਲਗਾਉਂਦਾ ਹੈ। ਜਦੋਂ ਤੁਸੀਂ ਦੋਸ਼ ਨੂੰ ਦੇਖਦੇ ਹੋ, ਤੁਸੀਂ ਦੇਖਦੇ ਹੋ ਕਿ ਇਹ ਦੁਸ਼ਮਣ ਦਾ ਕੰਮ ਆ। that's a very good job ਇਹ ਬਹੁਤ ਹੀ ਜ਼ਰੂਰੀ ਕੰਮ ਆ that you feel this, ਕਿ ਇਹ ਅਸੀਂ ਦੇਖੀਏ ਕਿ ਅਸੀਂ ਡਿਸਕਰੇਜ ਹੋਈਏ, ਅਸੀਂ ਡਿਸਅਪੋਇੰਟਡ ਹੋਈਏ। so that the more you are ਜਿੰਨਾ ਜ਼ਿਆਦਾ ਅਸੀਂ ਡਿਸਕਰੇਜ ਹੋਵਾਂਗੇ, ਜਿੰਨਾ ਜ਼ਿਆਦਾ ਅਸੀਂ ਡਿਸਪੋਇੰਟਮੈਂਟ ਹੋਵਾਂਗੇ, you are ਉਨਾ ਜ਼ਿਆਦਾ to enter ਅਸੀਂ ਉਨਾ ਜ਼ਿਆਦਾ ਥਰੋਨ ਰੂਮ ਦੇ ਵਿੱਚ ਐਂਟਰ ਨਹੀਂ ਕਰ ਪਾਵਾਂਗੇ। majority of believers today ਇਸ ਲਈ ਇਮੇਜਿਨ ਕਰੋ, are crippled by the enemy. ਉਹ ਦੁਸ਼ਮਣ ਤੋਂ ਕ੍ਰਿਪਲਡ ਹੋਏ ਆ। ਕਿਉਂ? Feel bad about ਕਿਉਂਕਿ that fight they had. ਉਹਨਾਂ ਨੇ ਫੀਲ ਬੈਡ ਕੀਤਾ ਉਸ ਲੜਾਈ ਦਾ ਜੋ ਕਿ ਉਹਨਾਂ ਦੇ ਹੋਈ, Their thoughts in their mind ਉਹ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ, are now ਉਹ ਖਿਆਲ ਜਿਹੜੇ ਸੀਗੇ ਉਹਨਾਂ ਨੂੰ ਹੁਣ ਦੋਸ਼ ਲਗਾ ਰਹੇ ਆ ਕਿ ਤੁਸੀਂ ਇਸ ਗੱਲ ਦੇ ਲਾਇਕ ਨਹੀਂ ਹੋ। so the enemy has ਸੋ ਦੁਸ਼ਮਣ ਨੇ us astray ਉਸਨੇ ਸਾਨੂੰ ਬਹੁਤ ਜ਼ਿਆਦਾ extended period of time. ਬਹੁਤ ਜ਼ਿਆਦਾ ਦੂਰ ਤੱਕ ਸਾਨੂੰ ਪਰਮੇਸ਼ਵਰ ਤੋਂ ਦੂਰ ਲੈ ਗਿਆ। ਹੁਣ ਜਦੋਂ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਾਂ, ਸਾਡੇ ਕੋਲ ਕੋਈ ਕੌਨਫੀਡੈਂਸ ਨਹੀਂ ਹੁੰਦਾ ਔਰ ਦੋਸ਼ ਹੁੰਦਾ ਹੈ, ਡਰ ਹੁੰਦਾ ਹੈ। People pray ਤੁਸੀਂ ਦੇਖਦੇ ਹੋ ਕਿ ਜਦੋਂ ਲੋਕੀ ਦੁਆ ਕਰਦੇ ਆ, how they are begging and pleading ਉਹ ਭੀਖ ਮੰਗਦੇ ਆ ਕਿਉਂਕਿ ਉਹਨਾਂ ਕੋਲ ਕੌਨਫੀਡੈਂਸ ਨਹੀਂ ਹੁੰਦਾ ਕਿ ਦਲੇਰੀ ਦੇ ਨਾਲ ਪਰਮੇਸ਼ਵਰ ਦੇ ਤਖਤ ਦੇ ਸਾਹਮਣੇ ਜਾ ਸਕਣ, ਕਿਉਂਕਿ ਉਹ ਸਮਝਦੇ ਨਹੀਂਗੇ ਕਿ ਉਸ ਦਇਆ ਨੂੰ ਜੋ ਕਿ ਪਰਮੇਸ਼ਵਰ ਦੀ ਦਇਆ ਉਹਨਾਂ ਨੂੰ ਕਵਰ ਕਰਦੀ ਆ। so I know ਸੋ ਇਸ ਲਈ ਮੈਂ ਜਾਣਦਾ ਹਾਂ ਕੁਝ ਹਫ਼ਤਿਆਂ ਤੋਂ you have been hearing these topics. ਤੁਸੀਂ ਇਹਨਾਂ ਟੌਪਿਕਸ ਨੂੰ ਸੁਣਦੇ ਆ What stops me? ਕਿ ਮੈਨੂੰ ਕੀ ਰੋਕਦਾ ਹੈ, Stopping me ਕਿ ਮੈਨੂੰ ਕੀ ਰੋਕ ਰਿਹਾ ਹੈ which is mine. ਕਿ ਉਸ ਨੂੰ ਗ੍ਰਹਿਣ ਕਰਨ ਦੇ ਵਿੱਚ ਜੋ ਕਿ ਮੇਰਾ ਆ। The things that probably ਔਰ ਮੈਂ ਤੁਹਾਨੂੰ ਦੇ ਰਿਹਾ ਹਾਂ ਕਿ ਉਹ ਗੱਲਾਂ from entering into that ਜੋ ਦੁਸ਼ਮਣ ਦਾ ਇਸਤੇਮਾਲ ਕਰਦਾ ਹੈ ਕਿ ਤੁਹਾਨੂੰ ਰੋਕਣ ਦੇ ਵਿੱਚ ਕਿ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਅੰਦਰ ਆ ਸਕੋ। have a clear ਮੈਂ ਮੰਗਦਾ ਹਾਂ ਕਿ ਆਪਣੇ ਆਪ ਨੂੰ ਦੇਖੋ, ਕਿ ਆਪਣੇ ਆਤਮਾ ਵਿੱਚ ਦੇਖੋ ਕਿ ਕੀ ਮੇਰਾ ਸੱਚੀ ਕਲੀਅਰ ਕੌਨਸ਼ੀਅੰਸ ਹੈਗਾ ਆ to be able to ਕਿ ਮੈਂ ਪਰਮੇਸ਼ਰ ਦੇ ਸਾਹਮਣੇ ਜਾ ਸਕਾਂ, ਕਿਉਂਕਿ ਸਿਰਫ ਇੱਕੋ ਹੀ ਤਰ੍ਹਾਂ ਮੈਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾ ਸਕਦਾ ਹਾਂ, ਉਹ ਸਿਰਫ ਦਲੇਰੀ ਦੇ ਨਾਲ, as a son, as a daughter. ਇੱਕ ਪਰਮੇਸ਼ਰ ਦਾ ਪੁੱਤਰ ਔਰ ਧੀ ਹੋਣ ਦੇ ਨਾਤੇ। So you have to ask, is my ਤੁਹਾਨੂੰ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਕਿ ਮੇਰੀ ਕੌਨਸ਼ੀਅੰਸ ਕਲੀਅਰ ਆ ਕਿ ਮੈਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਅੰਦਰ ਆ ਸਕਾਂ, conscience ਕਿ ਮੇਰਾ ਕੌਨਸ਼ੀਅਸ ਮੈਨੂੰ ਜੱਜ ਕਰ ਰਿਹਾ ਆ। this week? ਇਸ ਹਫ਼ਤੇ I want you to spend time ਮੈਂ ਮੰਗਦਾ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਲ ਆਪਣਾ ਸਮੇਂ ਬਿਤਾਈਏ, to go to the presence of God ਉਹਦੀ ਹਜ਼ੂਰੀ ਵਿੱਚ ਜਾਈਏ and take this notepad ਔਰ ਇਸ ਨੋਟਪੈਡ ਨੂੰ ਆਪਣੇ ਨਾਲ ਲੈ ਕੇ ਜਾਈਏ ਔਰ ਇਨਵੈਸਟੀਗੇਟ ਕਰੀਏ with your wife ਆਪਣੀ ਪਤਨੀ ਦੇ ਨਾਲ, ਆਪਣੇ ਪਤੀ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਇਕੱਠੇ ਬੈਠ ਕੇ through these ਔਰ ਇਹਨਾਂ ਦੇ ਵਰਸਿਸ ਦੇ ਥਰੂ ਜਾਈਏ। Timothy that we read. ਟਿਮੋਥੀ ਜੋ ਅਸੀਂ ਪੜ੍ਹਿਆ ਔਰ ਆਪਣੇ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਈਏ ਕਿ ਮੈਨੂੰ ਜ਼ਰੂਰੀ ਹੈ ਕਿ ਮੈਂ ਆਪਣੇ ਦਿਲ ਨੂੰ ਦੇਖਾਂ, ਕਿਉਂਕਿ Coming back again. ਦੁਲਹਾ ਆ ਰਿਹਾ ਆ। When the ਜਦੋਂ ਦੁਲਹਾ comes, he is ਆਵੇਗਾ looking for a bride ਉਹ ਉਸ ਦੁਲਹਨ ਨੂੰ ਦੇਖਦਾ ਆ awake. ਜੋ ਕਿ ਜਾਗਦੀ ਆ, That is alert. ਜੋ ਕਿ ਅਲਰਟ ਆ, That is sensitive. ਜੋ ਕਿ ਸੈਂਸਿਟਿਵ ਆ Desires and the expectations ਉਹਨਾਂ ਚਾਹਨਾ ਦੇ of our mind. ਨਾਲ ਜੋ ਕਿ ਉਹਦੇ ਮਾਸਟਰ ਦੀਆਂ ਆ। So Wednesday, I ਪਿਛਲੇ ਹਫਤੇ ਮੈਂ ਬੁੱਧਵਾਰ ਨੂੰ ਮੈਂ ਸਿਖਾਇਆ necessarily looking for the perfect.
ਕਿ ਪਰਮੇਸ਼ਵਰ ਪਰਫੈਕਸ਼ਨ ਨਹੀਂ ਦੇਖਦਾ, ਬਲਕਿ ਉਹਨਾਂ ਨੂੰ ਦੇਖਦਾ ਹੈ, ਉਹਨਾਂ ਨੂੰ ਮੰਗਦਾ ਹੈ ਜੋ ਕਿ ਪਰਫੈਕਟ ਹੋਣਾ ਮੰਗਦੇ ਆ, ਕਿ ਤੁਸੀਂ ਉਹ ਮੰਗਦੇ ਹੋ ਪਰਫੈਕਟ ਹੋਣਾ। ਔਰ ਯਾਦ ਰੱਖੀਏ ਕਿ ਮੈਂ ਜਦੋਂ ਇਹ ਵਚਨ ਦਿੱਤਾ ਆ, ਇਹ ਜਿਹੜਾ ਵਚਨ ਆ ਤੁਹਾਡੇ ਕੋਲ ਇਸ ਕਰਕੇ ਨਹੀਂ ਆਇਆ ਕਿ ਸਿਰਫ ਇਨਫੋਰਮੇਸ਼ਨ ਦਾ ਕਰਕੇ। ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਕਿਸ ਤਰ੍ਹਾਂ ਪਵਿੱਤਰ ਆਤਮਾ ਨੇ ਮੈਨੂੰ ਲੀਡ ਕੀਤਾ ਹੈ ਇਹਨਾਂ ਸਕ੍ਰਿਪਚਰਸ ਦੇ ਵਿੱਚ। ਮੇਰਾ ਵਿਸ਼ਵਾਸ ਆ ਕਿ ਇੱਕ ਬਹੁਤ ਵੱਡੀ ਬਿਦਾਰੀ ਆਉਣ ਲੱਗੀ ਆ, ਕਿ ਪਰਮੇਸ਼ਵਰ ਆਪਣੇ ਸਰੀਰ ਨੂੰ ਦੇ ਰਿਹਾ ਹੈ, ਜਲਦੀ ਆ ਰਹੀ ਆ। ਔਰ ਇਹ ਪ੍ਰੈਪਰੇਸ਼ਨ ਹੈ ਉਹਦੇ ਵਾਸਤੇ, ਉਸ ਰਿਵਾਈਵਲ ਦੇ ਵਾਸਤੇ। ਪਰਮੇਸ਼ਵਰ ਮੰਗਦਾ ਆ ਕਿ ਉਹਦੀ ਦੁਲਹਨ ਤਿਆਰ ਹੋਵੇ। ਉਹ ਨਹੀਂ ਮੰਗਦਾ ਕਿ ਉਹਦੀ ਦੁਲਹਨ ਸਿਰਫ ਉੱਚੀਆਂ ਆਵਾਜ਼ਾਂ ਕਰੇ ਜਾਂ ਸਿਰਫ ਗੀਤ ਗਾਵੇ। ਉਹ ਮੰਗਦਾ ਹੈ ਕਿ ਉਹ ਸਾਨੂੰ ਇਕੱਠਾ ਕਰੇ ਆਪਣੇ ਪੈਰਾਂ ਦੇ ਹੇਠਾਂ, ਕਿ ਅਸੀਂ ਉਹਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਦੁਨੀਆ ਦੇ ਉੱਤੇ ਜਿਹੜੀਆਂ ਕਿਸੇ ਅੱਖਾਂ ਨੇ ਨਹੀਂ ਦੇਖੀਆਂ, ਕਿਸੇ ਕੰਨਾਂ ਨੇ ਨਹੀਂ ਸੁਣੀਆਂ, ਔਰ ਕਿਸੇ ਦਿਲ ਤੱਕ ਨਹੀਂ ਪਹੁੰਚੀਆਂ। ਪਰਮੇਸ਼ਵਰ ਤੁਹਾਨੂੰ ਇਸ ਗੱਲ ਦਾ ਐਕਸਪੀਰੀਅੰਸ ਦੇਣਾ ਮੰਗਦਾ ਆ। ਜਾਣਦੇ ਹੋ, ਪਿਛਲੇ ਕੁਝ ਦਿਨਾਂ ਦੇ ਵਿੱਚ ਮੈਨੂੰ ਇੱਕ ਬਹੁਤ ਹੀ ਪੁਰਾਣਾ ਗੀਤ ਜੋ ਕਿ ਮੈਨੂੰ ਸੁਣਨਾ ਸ਼ੁਰੂ ਹੋਇਆ, ਜੋ ਕਿ ਮੇਰੇ ਬਚਪਨ ਦਾ ਸੀਗਾ, ਉਸਨੂੰ ਸੁਣਨਾ ਸ਼ੁਰੂ ਕੀਤਾ। ਮੈਂ ਆਪਣੀ ਮਾਤਾ ਦੀ ਲੈਂਗੁਏਜ ਦੇ ਵਿੱਚ ਉਸਨੂੰ ਸੁਣਨਾ ਸ਼ੁਰੂ ਕੀਤਾ। ਉਹ ਇਸ ਤਰ੍ਹਾਂ ਗੀਤ ਸੁਣਦਾ ਆ। ਮਲਿਆਲੀ ਜਿਹੜੇ ਲੋਕ ਆ ਬਹੁਤ ਖੁਸ਼ ਹੋਣਗੇ ਇਸ ਦੇ ਨਾਲ। ਉਹ ਕਹਿ ਰਿਹਾ ਹੈ ਕਿ ਮੈਂ ਯਿਸੂ ਦੇ ਵਾਂਗੂ ਬਣਨਾ ਮੰਗਦਾ। ਮੈਂ ਯਿਸੂ ਨੂੰ ਦੇਖ ਕੇ ਜੀਣਾ ਮੰਗਦਾ ਹਾਂ। ਤੁਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਇਸ ਤਰ੍ਹਾਂ ਕਰਦੇ ਹੋ, ਵਚਨ ਦੇ ਦੁਆਰਾ ਕਰਦੇ ਹੋ। ਉਹ ਕਹਿ ਰਿਹਾ ਕਿ ਇਹ ਜਿਹੜੀ ਡਿਜ਼ਾਇਰ ਹੈ, ਜਿਹੜੀ ਮੇਰੀ ਸਾਰੀ ਡਿਜ਼ਾਇਰਸ ਹੈ, ਮੈਨੂੰ ਅੰਦਰੋਂ ਖਾ ਰਹੇ ਹੈ। ਕਹਿ ਰਿਹਾ ਕਿ ਪ੍ਰਭੂ ਮੈਨੂੰ ਸਥਾਪਿਤ ਕਰ। ਮੈਨੂੰ ਪਵਿੱਤਰ ਆਤਮਾ ਭਰ ਦੇ। ਉਸ ਗਲੋਰੀ ਦੇ ਨਾਲ, ਯਿਸੂ ਦੇ ਨਾਲ। ਮੈਨੂੰ ਆਪਣੇ ਨਾਲ ਇੰਨਾ ਭਰ ਦੇ ਔਰ ਮੈਨੂੰ ਚਮਕਣ ਦੇ ਤੇਰੀ ਹਜ਼ੂਰੀ ਦੇ ਨਾਲ। ਪਰਮੇਸ਼ਵਰ ਦੀ ਮਹਿਮਾ ਦੇ ਨਾਲ ਮੈਨੂੰ ਭਰ ਦੇ, ਮੈਨੂੰ ਚਮਕਣ ਦੇ ਪਰਮੇਸ਼ਵਰ ਦੀ ਹਜ਼ੂਰੀ ਦੇ ਨਾਲ। ਮੇਰੇ ਪਰਮੇਸ਼ਵਰ, ਜਿਸ ਤਰ੍ਹਾਂ ਕਿ ਮੈਂ ਗਾ ਰਿਹਾ ਸੀਗਾ, ਪਰਮੇਸ਼ਵਰ ਦੀ ਹਜ਼ੂਰੀ ਨੇ ਮੇਰੇ ਰੂਮ ਨੂੰ ਭਰ ਦਿੱਤਾ। ਔਰ ਇਹ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਦਾ ਇਹੀ ਦਿਲ ਆ। ਉਹ ਮੰਗਦਾ ਕਿ ਅਸੀਂ ਯਿਸੂ ਨੂੰ ਦੇਖੀਏ, ਉਹਦਾ ਪਿੱਛਾ ਕਰੀਏ, ਸਾਡੀਆਂ ਅੱਖਾਂ ਉਹਦੇ ਵੱਲ ਨੂੰ ਲਗਾ ਕੇ ਰੱਖੀਏ। ਇਹ ਅੱਧੀ ਰਾਤ ਦਾ ਸਮੇਂ ਆ। ਔਰ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਉਹਦੀ ਜਿਹੜੀ ਮਹਿਮਾ ਆ ਉਹ ਪੂਰੀ ਹੋਵੇਗੀ, ਔਰ ਉਹਦੀ ਪ੍ਰੈਜ਼ੈਂਸ ਜੋ ਸਾਨੂੰ ਭਰ ਦੇਵੇਗੀ, ਔਰ ਅਸੀਂ ਚਮਕਣ ਲੱਗਾਂਗੇ। ਮੈਂ ਜਾਣਦਾ ਹਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਘਰ ਦੇ ਵਿੱਚ ਹੋਣਗੀਆਂ। ਤੁਸੀਂ ਏਕਤਾ ਦੇ ਵਿੱਚ ਜਦੋਂ ਆਪਣੀ ਸ਼ਾਦੀ ਦੇ ਵਿੱਚ ਅੱਗੇ ਵਧੋਗੇ, ਜਦੋਂ ਤੁਸੀਂ ਕਿ ਪੂਰੀ ਕੋਸ਼ਿਸ਼ ਕਰੋਗੇ ਕਿ ਸਾਡੇ ਘਰ ਦੇ ਵਿੱਚ ਸ਼ਾਂਤੀ ਆਵੇ, ਜਦੋਂ ਕਿ ਤੁਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰੋਗੇ ਕਿ ਇੱਕ ਦੂਸਰੇ ਨੂੰ ਪਿਆਰ ਕਰਨ ਦੇ ਵਾਸਤੇ, ਬਹੁਤ ਹੀ ਸੁੰਦਰ ਹੋਵੇਗਾ। ਉਦੋਂ ਤੁਸੀਂ ਆਪਣੇ ਘਰ ਨੂੰ ਤਿਆਰ ਕਰੋਗੇ ਪਰਮੇਸ਼ਵਰ ਦੀ ਮਹਿਮਾ ਨੂੰ ਓਵਰਟੇਕ ਕਰਨ ਦੇ ਵਾਸਤੇ। ਆਪਣੇ ਦਿਲ ਦੇ ਵਿੱਚ ਦੇਖੀਏ ਪਰਮੇਸ਼ਵਰ ਦੇ ਲੋਕੋ, ਅਸੀਂ ਆਰਡੀਨਰੀ ਕ੍ਰਿਸਚੀਅਨਸ ਵਾਂਗੂ ਨਾ ਰਹੀਏ। ਅਸੀਂ ਉੱਦਾਂ ਰਹੀਏ ਜੋ ਕਿ ਪਰਮੇਸ਼ਵਰ ਨੂੰ
ਅਸੀਂ ਪਰਮੇਸ਼ਵਰ ਦੇ ਵਾਂਗੂ ਜੀਣਾ ਮੰਗਦੇ ਹਾਂ। ਅਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਲੈ ਕੇ ਤੁਰਨਾ ਮੰਗਦੇ ਹਾਂ। I believe ਮੇਰਾ ਵਿਸ਼ਵਾਸ ਆ that this word is not just for one or two, ਇਹ ਸਿਰਫ ਇੱਕ ਜਾਂ ਦੋ ਵਾਸਤੇ ਨਹੀਂਗਾ, it's for every single believer. ਇਹ ਹਰ ਇੱਕ ਵਿਸ਼ਵਾਸੀ ਦੇ ਵਾਸਤੇ। This channel ਇਸ ਜੋ ਕਿ ਇਸ ਚੈਨਲ ਨੂੰ ਦੇਖ ਰਿਹਾ ਹੈ to a physical location in the church. ਜਾਂ ਕਿ ਫਿਜ਼ੀਕਲ ਲੋਕੇਸ਼ਨ ਵਿੱਚ ਦੇਖ ਰਿਹਾ ਹੈ, ਮੇਰਾ ਵਿਸ਼ਵਾਸ ਆ A very pressing desire of the ਇਹ ਬਹੁਤ ਹੀ ਪਰਮੇਸ਼ਵਰ ਦੀ ਚਾਹ ਆ Lord. We eliminate all the things of the flesh, ਕਿ ਅਸੀਂ ਸਰੀਰ ਦੀਆਂ ਸਾਰੀਆਂ ਗੱਲਾਂ ਨੂੰ ਮਾਰੀਏ, all unbelief. ਕਿ ਅਸੀਂ ਸਾਰੇ ਅੰਧ ਵਿਸ਼ਵਾਸ ਨੂੰ ਮਾਰੀਏ, ਸਾਰੀ ਸ਼ੰਕਾ ਨੂੰ ਮਾਰੀਏ ਔਰ ਅਸੀਂ ਅੰਡਰਸਟੈਂਡ ਔਰ ਅਸੀਂ ਪਰਮੇਸ਼ਵਰ ਦੇ ਤਖਤ ਦੇ ਸਾਹਮਣੇ ਦਲੇਰੀ ਦੇ ਨਾਲ ਜਾਈਏ। Meditate about that. ਕੀ ਤੁਸੀਂ ਇਸ ਹਫਤੇ ਇਸ ਗੱਲ ਉੱਤੇ ਧਿਆਨ ਕਰੋਗੇ? ਪਰਮੇਸ਼ਵਰ ਤੁਹਾਨੂੰ ਤਿਆਰ ਕਰ ਰਿਹਾ, Preparing your heart, ਉਹ ਤੁਹਾਡੇ ਦਿਲਾਂ ਨੂੰ ਤਿਆਰ ਕਰ ਰਿਹਾ, and He's preparing you for glory. ਉਹ ਤੁਹਾਨੂੰ ਗਲੋਰੀ ਦੇ ਵਾਸਤੇ ਤਿਆਰ ਕਰ ਰਿਹਾ। ਇਸ ਲਈ ਜੇ ਤੁਸੀਂ ਵਾਪਸ ਆ ਰਹੇ ਹੋ ਵੱਡੀਆਂ ਗਵਾਹੀਆਂ ਦੇ ਨਾਲ ਕਿ ਕਿਸ ਤਰ੍ਹਾਂ ਪਰਮੇਸ਼ਵਰ ਦੀ ਮਹਿਮਾ ਨੇ ਤੁਹਾਨੂੰ ਭਾਰ ਦਿੱਤਾ, ਤੁਹਾਡੇ ਘਰ ਨੂੰ ਭਾਰ ਦਿੱਤਾ, How the glory of God. ਕਿਸ ਤਰ੍ਹਾਂ ਪਰਮੇਸ਼ਵਰ ਦੀ ਮਹਿਮਾ ਨੇ ਤੁਹਾਡੇ ਕੰਮ ਨੂੰ ਭਾਰ ਦਿੱਤਾ। I declare, let there be ਮੈਂ testimonies ਡਿਕਲੇਅਰ of ਕਰਦਾ how ਹਾਂ the ਕਿ glory of ਬਹੁਤ God ਸਾਰੀਆਂ ਗਵਾਹੀਆਂ ਹੋਣਗੀਆਂ healing your physical bodies. ਕਿਸ ਤਰ੍ਹਾਂ ਪਰਮੇਸ਼ਵਰ ਤੁਹਾਡੇ Declare, ਸਰੀਰ ਨੂੰ let there ਚੰਗਾ be ਕਰੇਗਾ। testimonies of how the ਔਰ ਮੇਰਾ glory of ਵਿਸ਼ਵਾਸ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ God taking you. ਤੁਹਾਨੂੰ ਓਵਰਟੇਕ ਕਰੇਗਾ। ਹਾਂ, ਯੈਸ Yes. ਯੈਸ। Are you in love with Jesus? ਕੀ ਤੁਸੀਂ ਪਰਮੇਸ਼ਵਰ ਦੇ ਨਾਲ ਪਿਆਰ ਕਰਦੇ ਹੋ? Your heart. ਆਪਣੇ ਦਿਲਾਂ ਨੂੰ ਤਿਆਰ ਕਰੀਏ ਔਰ ਉਹਨਾਂ ਸਾਰੀਆਂ ਗੱਲਾਂ ਨੂੰ ਐਲੀਮੀਨੇਟ ਕਰ ਦਿਓ ਔਰ ਜੋ ਕਿ ਤੁਹਾਡੇ ਜੀਵਨ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਨੂੰ ਰੋਕਦੀ ਆ ਕਿ ਪਰਮੇਸ਼ਵਰ ਦੀ ਹਜ਼ੂਰੀ ਨਾ ਬਣ ਸਕੇ। I want to be a ਔਰ ਕਹੇ ਕਿ ਪਰਮੇਸ਼ਵਰ ਮੈਂ ਉਹ ਭਾਂਡਾ ਬਣਨਾ ਮੰਗਦਾ ਹਾਂ ਕਿ ਤੇਰੀ ਹਜ਼ੂਰੀ ਮੇਰੇ ਅੰਦਰੋਂ ਦੀ ਦਰਸ਼ਿਤ ਹੋਵੇ। even as I sit here. ਔਰ ਜਦੋਂ ਕਿ ਮੈਂ ਇੱਥੇ ਬੈਠਾ ਹਾਂ, I don't know. ਮੈਨੂੰ ਨਹੀਂ ਪਤਾ, I'm overwhelmed with the presence of God. ਲੇਕਿਨ ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਨਾਲ ਭਰਿਆ ਹੋਇਆ ਔਰ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਤੁਹਾਡੇ ਵਾਸਤੇ ਵੀ ਇਸ ਤਰ੍ਹਾਂ ਕਰ ਰਿਹਾ ਹੈ। Second to pray for you right now. ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨਾ ਮੰਗਦਾ ਹਾਂ, ਮੇਰੇ ਨਾਲ ਅਗਰੀਮੈਂਟ ਦੇ ਵਿੱਚ ਆਈਏ। ਯੈਸ ਲਾਰਡ। Church, wherever you are, ਜਿੱਥੇ ਵੀ ਤੁਸੀਂ ਹੋ ਚਰਚ, stand up, ਤੁਸੀਂ ਖੜੇ ਹੋਵੋਗੇ begin to pray with us all over the ਔਰ ਸਾਡੇ ਨਾਲ ਪ੍ਰਾਰਥਨਾ ਕਰੀਏ ਸਾਰੇ ਜਗ੍ਹਾ ਤੇ। begin to open your mouth and begin to ਆਪਣੇ ਮੂੰਹਾਂ ਨੂੰ ਖੋਲੀਏ ਔਰ ਗੈਰ ਜ਼ੁਬਾਨਾਂ ਵਿੱਚ ਬੋਲ ਸਕਦੇ ਹਾਂ ਤਾਂ ਬੋਲੀਏ ਔਰ ਜਿੰਨਾ ਜ਼ਿਆਦਾ ਉੱਚੀ ਬੋਲ ਸਕਦੇ ਹਾਂ ਬੋਲੀਏ ਔਰ ਕਹੇ ਕਿ ਤੁਹਾਡੀ ਆਤਮਾ ਕਹੇ ਪਰਮੇਸ਼ਵਰ ਮੈਨੂੰ ਤਿਆਰ ਕਰ a sanctuary ਕਿ ਤੇਰੀ ਇੱਕ ਸੈਂਚੁਰੀ ਬਣਾ, ਮੈਨੂੰ ਤਿਆਰ ਕਰ your glory. ਕਿ ਤੇਰੇ ਮਹਿਮਾ ਨੂੰ ਮੈਂ ਸਥਾਪਿਤ ਕਰਾਂ। ਮੈਨੂੰ ਤਿਆਰ ਕਰ ਪ੍ਰਭੂ, ਜੋ ਆ ਰਿਹਾ ਆ Holy Spirit, ਪਵਿੱਤਰ ਆਤਮਾ, ਮੈਂ ਤੈਨੂੰ ਪਿਆਰ ਕਰਦਾ ਆ, need you. ਮੈਨੂੰ ਤੇਰੀ ਲੋੜ ਆ, Fill my life. ਮੇਰੇ ਜੀਵਨ ਨੂੰ ਭਰ ਦੇ। Thank you, Lord. ਤੇਰਾ ਧੰਨਵਾਦ ਯਿਸੂ, Thank you, Holy Spirit. ਤੇਰਾ ਧੰਨਵਾਦ ਯਿਸੂ। Lord Jesus, ਪਰਮੇਸ਼ਵਰ those who desire to change. ਉਹਨਾਂ ਦੀ ਮਦਦ ਕਰ ਜੋ ਕਿ ਬਦਲਣਾ ਮੰਗਦੇ ਆ। ਮੈਂ ਤੇਰੇ ਬੱਚਿਆਂ ਨੂੰ ਤੇਰੇ ਕੋਲ ਲੈ ਕੇ ਆਂਦਾ, ਆਪਣੇ ਬੱਚਿਆਂ ਦੀ ਮਦਦ ਕਰ What area they need to die to this week. ਜਿੱਥੇ ਉਹਨਾਂ ਨੂੰ ਬਦਲਣ ਦੀ ਲੋੜ ਆ। Not an easy word that I ਔਰ ਮੈਂ ਜਾਣਦਾ ਹਾਂ ਕਿ ਇਹ ਸੌਖਾ ਵਚਨ ਨਹੀਂ ਹੈ ਜੋ ਮੈਂ ਅੱਜ ਸਵੇਰ ਦਿੱਤਾ, Christ. ਲੇਕਿਨ ਪਰਮੇਸ਼ਵਰ ਮਸੀਹ ਦੀ ਮਦਦ ਦੇ ਨਾਲ ਉਹ ਦੋਸ਼ ਨਹੀਂ ਵਿੱਚ ਜਾਣਗੇ, Conviction ਲੇਕਿਨ ਉਹ ਕਾਇਲਤਾ ਵਿੱਚ ਜਾਣਗੇ to shine bright. ਔਰ ਉਹ ਚਮਕਣਗੇ। I'm seeing a vision of people ਮੈਂ ਵਿਜ਼ਨ ਦੇਖ ਰਿਹਾ ਹਾਂ that have received this word. Your ਔਰ ਜਿਹੜੇ ਲੋਕਾਂ ਨੇ ਇਹ bright ਇਸ ਵਚਨ ਨੂੰ ਗ੍ਰਹਿਣ ਕੀਤਾ ਹੈ, ਉਹ ਤੁਹਾਡੇ ਚਿਹਰੇ ਜੋ ਆ ਉਹ ਚਮਕਣਗੇ, ਚਾਹੇ spiritual ਰੂਹਾਨੀ ਸਿਰਫ as you contend for it. ਸਿਰਫ ਦੁਨਿਆਵੀ ਨਹੀਂ ਬਲਕਿ ਰੂਹਾਨੀ ਤਰੀਕੇ ਦੇ ਨਾਲ ਵੀ ਚਮਕਣਗੇ। Come in ਪਰਮੇਸ਼ਵਰ ਇਹਨਾਂ ਨੂੰ ਸ਼ਕਤੀ ਦੇ, spirit, contend ਉਹਨਾਂ ਦੀ ਆਤਮਾ greater levels. ਵੱਡੇ ਵੱਡੇ ਗੱਲਾਂ ਜੋ ਕਰਨਾ ਮੰਗਦੀ ਹੈ ਤੇਰੇ ਵਿੱਚ, ਪ੍ਰਭੂ ਉਹਨਾਂ ਨੂੰ ਤੂੰ ਕਰਨ ਦੇ। ਪ੍ਰਭੂ ਬਦਾਰੀ ਨੂੰ ਭੇਜ, Hearts, Lord. ਅਸੀਂ ਆਪਣੇ ਦਿਲਾਂ ਨੂੰ ਤਿਆਰ ਕਰਦੇ ਹਾਂ ਪਰਮੇਸ਼ਵਰ, ਬਦਾਰੀ ਨੂੰ ਭੇਜ। Open your mouth and somebody shout, Lord, send ਉਹ revival. ਆਪਣਾ ਮੂੰਹ ਖੋਲ ਕੇ ਕਹੋ ਪਰਮੇਸ਼ਵਰ ਬਦਾਰੀ ਨੂੰ ਭੇਜ। One more time, please shout, Lord, send ਇੱਕ ਵਾਰ ਫੇਰ ਕਹੀਏ ਪਰਮੇਸ਼ਵਰ ਬਦਾਰੀ ਨੂੰ ਭੇਜ ਔਰ ਮੈਨੂੰ ਤਿਆਰ ਕਰ, ਮੈਨੂੰ ਤਿਆਰ ਕਰ ਪ੍ਰਭੂ, Prepare me, Jesus. ਮੈਨੂੰ ਤਿਆਰ ਕਰ ਪ੍ਰਭੂ, Prepare my heart. ਮੈਨੂੰ ਮੇਰੇ ਦਿਲ ਨੂੰ ਤਿਆਰ ਕਰ, ਮੇਰੇ ਪਰਿਵਾਰ ਨੂੰ ਤਿਆਰ ਕਰ, ਮੇਰੇ ਬੱਚਿਆਂ ਨੂੰ ਤਿਆਰ ਕਰ। ਇਹ ਅੱਜ ਇਸ ਹਫ਼ਤੇ ਹਾਂ God is flowing, people of God.
ਪਰਮੇਸ਼ਰ ਦਾ ਤੇਲ ਬਹਿ ਰਿਹਾ ਆ। Let me rest ਇਸ ਹਫ਼ਤੇ in the voice of God. ਮੈਂ ਪਰਮੇਸ਼ਰ ਦੀ ਆਵਾਜ਼ ਨੂੰ ਰਿਸਪੌਂਡ ਕਰਾਂ। ਮੈਂ ਪਰਮੇਸ਼ਰ ਦੀ Of the Holy Spirit. ਪਵਿੱਤਰ ਆਤਮਾ ਦੀ ਆਵਾਜ਼ ਨੂੰ ਰਿਸਪੌਂਡ ਕਰਾਂ। ਇਸ ਹਫ਼ਤੇ Fly on eagle's wings. ਮੈਂ ਪੰਖਾਂ ਦੇ Receive this grace by faith. ਬਾਜ਼ ਦੇ ਪੰਖਾਂ ਦੇ ਉੱਤੇ ਉੱਡਾਂ ਔਰ ਮੈਂ ਇਸ ਨੂੰ ਰਿਸੀਵ ਕਰਦਾ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਯੈਸ ਚਰਚ ਬੋਲੇ ਆਮੇਨ ਆਮੇਨ Amen. ਆਮੇਨ ਆਮੇਨ ਆਮੇਨ। I feel joyful that ਮੈਨੂੰ ਬਹੁਤ ਹੀ ਖੁਸ਼ੀ ਆ I was able to share ਕਿ ਮੈਂ ਤੁਹਾਡੇ ਨਾਲ ਸਾਂਝਾ ਕਰ ਪਿਆ my heart. ਜੋ ਕਿ ਪਰਮੇਸ਼ਰ ਨੇ ਮੇਰੇ ਦਿਲ ਦੇ ਵਿੱਚ ਪਾਇਆ ਸੀਗਾ। Don't lead ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ it lead to condemnation ਕਿ ਤੁਹਾਨੂੰ ਦੋਸ਼ ਵਿੱਚ ਨਾ ਲੈ ਕੇ ਜਾਵੇ ਲੇਕਿਨ ਕਾਲਤਾ ਵਿੱਚ ਲੈ ਕੇ ਜਾਵੇ, of us. ਕਿਉਂਕਿ ਅੱਗੇ ਸਾਡੇ ਵਾਸਤੇ ਅੱਗੇ ਬਹੁਤ ਆ। ਵਕਤ ਆ ਗਿਆ ਕਿ ਅਸੀਂ ਉੜੀਏ। Say, ਜਿਸ ਤਰ੍ਹਾਂ ਜਦੋਂ ਜਦ ਤੱਕ ਅਸੀਂ ਨਹੀਂ ਮਿਲਦੇ ਰਹੀਏ ਪਰਮੇਸ਼ਰ ਦੇ ਸੱਜੇ ਹੱਥ ਦੇ ਥੱਲੇ। ਪਰਮੇਸ਼ਰ ਤੁਹਾਨੂੰ ਬਹੁਤ ਕਰ ਦੇਵੇ। ਆਮੇਨ।